25-30 ਸਾਲ ਪਹਿਲਾਂ ਨਾਸ਼ਪਤੀ ਦੀ ਇੰਨੀ ਜਿਹੜੀ ਮਾਰਕੀਟ ਵੈਲਿਊ ਨਹੀਂ ਸੀਗੀ, ਲੇਕਿਨ ਬੱਗੂ ਗੋਸ਼ਾ ਵੀ ਆ ਗਿਆ ਹੁਣ ਨਵੀਆਂ ਵੈਰਾਈਟੀਆਂ ਦੇ ਆਉਣ ਨਾਲ, ਤੇ ਨਾਸ਼ਪਤੀ ਦਾ ਹੁਣ ਆਪਣੇ ਤੌਰ ਤੇ ਵੀ ਇਹਦਾ ਜਿਹੜਾ ਹੈਗਾ ਮੁੱਲ ਪੈਣ ਲੱਗ ਪਿਆ। 5-6 ਸਾਲ ਤੱਕ ਇਹਦੇ ਵਿੱਚ ਖੇਤੀ ਵੀ ਹੋ ਸਕਦੀ ਆ ਇਹਨਾਂ ਬਾਗਾਂ 'ਚ। ਫਿਰ ਜਦੋਂ ਵੱਡੇ ਬੂਟੇ ਹੋ ਜਾਂਦੇ 6 ਸਾਲ ਤੋਂ ਬਾਅਦ ਕਰਕੇ ਜਿਹੜਾ ਬੂਟਾ ਨਾਸ਼ਪਤੀ ਦਾ ਬੱਗੂ ਗੋਸ਼ੇ ਦਾ ਇਹ 6-7 ਸਾਲ ਤੋਂ ਬਾਅਦ ਫਲ ਦਿੰਦਾ। 40 ਸਾਲ ਪਿੱਛੇ ਆਪਾਂ ਚੱਲੀ ਅਗਰ 40 ਸਾਲ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਉਦੋਂ ਉਸ ਹਿਸਾਬ ਦੇ ਨਾਲ ਫਿਰ ਮਾਰਕੀਟਿੰਗ ਦੇ ਵਿੱਚ ਤੇ ਹੁਣ ਦੀ ਮਾਰਕੀਟਿੰਗ ਦੇ ਵਿੱਚ ਬਹੁਤ ਜ਼ਿਆਦਾ ਫਰਕ ਆਇਆ ਹੋਣਾ। ਬਹੁਤ ਫਰਕ ਹੈ ਜੀ, ਬਿਲਕੁਲ ਸਹੀ ਆਖਿਆ ਤੁਸੀਂ। ਕਰਕੇ ਉਦੋਂ ਮਾਰਕੀਟ ਦੀ ਲਿਮਟਿਡ ਸੀਗੀ ਜੀ, ਉਦੋਂ ਇੰਨੀ ਅਵੇਅਰਨੈਸ ਵੀ ਨਹੀਂ ਸੀ ਲੋਕਾਂ 'ਚ। ਹੁਣ ਤਾਂ ਦੇਖੋ ਕਿੰਨੀ ਪ੍ਰੋਸੈਸਿੰਗ ਕਿੰਨੀ ਹੋਣ ਲੱਗ ਪਈ ਆ, ਜੂਸ ਕਿਵੇਂ ਬਣਦਾ ਹੁਣ, ਤੇ ਹੋਰ ਵੀ ਆਪਣੇ ਮੁਰੱਬੇ ਬਣਦੇ ਆ, ਤੇ ਹੋਰ ਬਹੁਤ ਸਾਰੇ ਉਹਦੇ ਵਿੱਚ ਨਾ ਆਪਣੇ ਡਾਈਟ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਆ। ਕਿ ਅੱਜ ਜਿਹੜਾ ਨਾਸ਼ਪਤੀ ਦਾ ਚੰਗਾ ਬਾਗ ਆ, ਜੇ ਤੁਸੀਂ ਮੈਨੂੰ ਪੁੱਛੋ ਤੇ ਮੈਂ ਕਹਿ ਸਕਦਾ ਕਿ ਉਹ ਚੰਗੇ ਬਾਗ ਨੂੰ ਲੱਖ ਰੁਪਈਆ ਆਪਣੇ ਏਕੜ ਦੇਣਾ ਚਾਹੀਦਾ ਆ ਕਿਸਾਨ ਨੂੰ। ਉਹਨੂੰ ਸਹੀ ਤਰੀਕੇ ਨਾਲ ਸਾਂਭੀਏ ਤੇ ਇਹਦੀ ਜਿਹੜੀ ਆਮਦਨ ਆ ਕਣਕ ਝੋਨੇ ਦੇ ਨਾਲੋਂ ਆਪਾਂ ਜ਼ਿਆਦਾ ਲੈ ਸਕਦੇ ਆ। ਜੇ ਅਗਰ ਕਿਸਾਨ ਇਹਨੂੰ ਆਪ ਇਹਦੀ ਤੜਾਈ ਕਰਕੇ ਤੇ ਇਹਦੀ ਮਾਰਕੀਟ ਕਰੇ ਤਾਂ ਉਹਨੂੰ ਡੇਢੇ ਤੋਂ ਦੁੱਗਣਾ ਫਾਇਦਾ ਹੋ ਸਕਦਾ ਆ। ਸੋ ਇਹ ਕੋਈ ਆਪਣੇ ਘਾਟੇ ਵਾਲਾ ਧੰਦਾ ਨਹੀਂਗਾ, ਪਰ ਇਹਦੇ ਵਿੱਚ ਇੱਕ ਤਾਂ ਵੇਟ ਕਰਨੀ ਪੈਂਦੀ ਆ, ਵੇਟਿੰਗ ਪੀਰੀਅਡ ਆ। ਦੂਸਰਾ, ਜੇ ਅਗਰ ਆਪਾਂ ਆਪ ਮਾਰਕੀਟ ਕਰਦੇ ਆ ਤਾਂ ਫਿਰ ਤਾਂ ਆਪਣੇ ਬਹੁਤ ਫਾਇਦਾ। ਜਗਬਾਣੀ ਖੇਤੀਬਾੜੀ ਰਾਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਅਗਾਂਹ ਵਧੂ ਕਿਸਾਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ, ਉਹਨਾਂ ਤੋਂ ਜਾਣਕਾਰੀਆਂ ਇਕੱਠੀਆਂ ਕਰਕੇ ਤੁਹਾਡੇ ਤੱਕ ਪਹੁੰਚਾਈਏ ਕਿ ਕਿਸ ਤਰ੍ਹਾਂ ਉਹ ਖੇਤੀਬਾੜੀ ਕਰ ਰਹੇ ਨੇ ਤੇ ਕਿਸ ਤਰ੍ਹਾਂ ਮੁਨਾਫਾ ਕਮਾ ਰਹੇ ਨੇ। ਬੀਤੇ ਦਿਨਾਂ 'ਚ ਵੀ ਅਸੀਂ ਬਹੁਤ ਸਾਰੇ ਕਿਸਾਨ ਤੁਹਾਡੇ ਰੂਬਰੂ ਕਰਵਾਏ ਨੇ, ਤੇ ਅੱਜ ਸਾਡੇ ਨਾਲ ਜੋ ਕਿਸਾਨ ਮੌਜੂਦ ਹੈ ਉਹ ਕਿਸਾਨ ਵੀ ਹੈ ਤੇ ਸਿਆਸਤਦਾਨ ਵੀ ਹੈ। ਸਾਡੇ ਨਾਲ ਨਕੋਦਰ ਤੋਂ MLA ਮੌਜੂਦ ਨੇ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ। ਵਡਾਲਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਜਗਬਾਣੀ ਤੇ। ਬਹੁਤ ਅੱਛਾ ਜੀ, ਧੰਨਵਾਦ ਤੁਹਾਡਾ। ਜੀ ਆਇਆਂ ਨੂੰ, ਤੁਸੀਂ ਸਾਡੇ ਇੱਥੇ ਫਾਰਮ ਵਿੱਚ ਆਏ ਹੋ, ਇੱਥੇ ਬਾਗ ਵਿੱਚ ਆਏ ਹੋ, ਬੜੀ ਖੁਸ਼ੀ ਹੈ ਤੁਹਾਨੂੰ। ਅਸੀਂ ਸਾਰੇ ਵੈਲਕਮ ਕਰਦੇ ਹਾਂ। ਅੱਜ ਅਸੀਂ ਵਡਾਲਾ ਸਾਹਿਬ ਦੇ ਫਾਰਮ ਦੇ ਵਿੱਚ ਮੌਜੂਦ ਹਾਂ। ਨਾਸ਼ਪਤੀਆਂ ਦਾ ਇਹਨਾਂ ਦਾ ਬਾਗ ਹੈ। ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਵਾਂਗੇ ਕਿ ਨਾਸ਼ਪਤੀਆਂ ਦਾ ਬਾਗ ਕਿਸ ਤਰ੍ਹਾਂ ਇਹਨਾਂ ਨੇ ਪਲਾਂਟੇਸ਼ਨ ਸ਼ੁਰੂ ਕੀਤੀ, ਕਿਸ ਤਰ੍ਹਾਂ ਔਖਾ ਕਿੰਨਾ ਕਹਿ ਤੇ ਕਿੰਨਾ ਕੁ ਮੁਨਾਫਾ ਇਸ ਦੇ ਵਿੱਚ ਹੈ। ਵਡਾਲਾ ਸਾਹਿਬ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗਾ ਕਿ ਸਿਆਸਤ ਦੇ ਨਾਲ ਨਾਲ ਖੇਤੀ ਇੱਧਰ ਧਿਆਨ ਦੇ ਪਾਉਂਦੇ ਹੋ ਤੁਸੀਂ? ਨਹੀਂ, ਮੇਰੇ ਕੋਲ ਤਾਂ ਬਹੁਤ ਘੱਟ ਸਮਾਂ ਲੱਗਦਾ ਜੀ। ਵੈਸੇ ਇਹ ਜਿਹੜਾ ਬਾਗ ਆ ਤਕਰੀਬਨ ਇਹਦੀ ਉਮਰ ਇਹਨਾਂ ਬੂਟਿਆਂ ਦੀ 40 ਸਾਲ ਤੋਂ ਵੱਧ ਆ ਜੀ। ਤੇ ਵਡਾਲਾ ਸਾਹਿਬ ਮੇਰੇ ਪਿਤਾ ਜੀ ਮਰਹੂਮ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਸਾਹਿਬ, ਉਹਨਾਂ ਨੇ ਜਦ ਉਹ ਸਿਆਸਤ ਵਿੱਚ ਬੜੇ ਐਕਟਿਵ ਸੀਗੇ ਜੀ, ਤੇ ਉਹਨਾਂ ਨੇ ਆਪਣੇ ਸਮੇਂ ਬਾਗ ਆਪ ਲਾਇਆ ਸੀ ਆਪਣੇ ਹੱਥੀਂ ਜੀ। ਉਦੋਂ ਅਕਸਰ ਸਾਰੇ ਪੰਜਾਬ ਦੇ ਜਿਹੜੇ ਸਿਆਸੀ ਲੀਡਰ ਸੀ ਉਹਨਾਂ ਦੀ ਰੁਚੀ ਕਾਫੀ ਸੀ ਬਾਗਬਾਨੀ ਵੱਲ ਜੀ। ਕੁਛ ਤਾਂ ਚਲੋ ਡਾਇਵਰਸੀਫਿਕੇਸ਼ਨ ਸੀਗੀ ਖੇਤੀਬਾੜੀ ਦੀ, ਕੁਛ ਇਹ ਸੀਗਾ ਕਿ ਉਹਨਾਂ ਕੋਲ ਟਾਈਮ ਨਹੀਂ ਸੀ ਮਿਲਦਾ। ਸਾਰੇ ਸਿਆਸੀ ਲੀਡਰਾਂ ਨੂੰ ਰੋਜ਼ ਖੇਤੀ ਵਿੱਚ ਉਹਨਾਂ ਕੋਲ ਸਮਾਂ ਨਹੀਂ ਸੀ ਦੇ ਹੁੰਦਾ। ਇਸ ਕਰਕੇ ਉਹਨਾਂ ਨੇ ਫਿਰ ਇਹ ਪਲਾਨ ਕੀਤਾ, ਤਾਂ ਵਡਾਲਾ ਸਾਹਿਬ ਨੇ ਨਾਸ਼ਪਤੀਆਂ ਦਾ, ਬੱਗੂ ਗੋਸ਼ੇ ਦਾ, ਆੜੂ ਵੀ ਸੀਗੇ ਉਸ ਸਮੇਂ, ਇਹ ਬਾਗ ਉਹਨਾਂ ਨੇ ਆਪਣੇ ਹੱਥੀਂ ਲਾਇਆ। ਤੇ ਤਕਰੀਬਨ ਇਸ ਬਾਗ ਦੀ ਉਮਰ 40 ਸਾਲ ਤੋਂ ਵੱਧ ਆ। ਕਿੰਨੇ ਥਾਂ ਦੇ ਵਿੱਚ ਵਡਾਲਾ ਸਾਹਿਬ ਇਹ ਬਾਗ? ਇਹ ਸਾਡੇ ਕੋਲ 2-3 ਆਪਣੇ ਹੈਗਾ ਜੀ ਪਲਾਟਸ ਵਿੱਚ ਬਾਗ ਆ। ਇੱਥੇ ਕੋਈ 45 ਏਕੜ ਆ, ਅੱਗੇ 25 ਏਕੜ ਆ, ਕੁਛ ਹੋਰ ਅੱਗੇ 12 ਏਕੜ ਆ ਜੀ। 3 ਜਗ੍ਹਾ ਤੇ ਆ। ਉਹਦੇ ਕਿੰਨੇ ਨੇ ਤੁਹਾਡੇ ਕੋਲ ਪਲਾਂਟਸ? ਕਿੰਨੇ ਇੱਥੇ ਪਲਾਂਟਸ ਤਾਂ ਇਹਦੇ 1 ਏਕੜ ਵਿੱਚ ਤਕਰੀਬਨ 90 ਤੋਂ 100 ਪਲਾਂਟ ਲੱਗਦੇ ਆ ਜੀ ਨਾਸ਼ਪਤੀਆਂ ਦੇ। ਇਹਦਾ ਇੱਕ ਸਭ ਤੋਂ ਵੱਡਾ ਜਿਹੜਾ ਫਾਇਦਾ ਇਹ ਆ ਕਿ ਇਹਦੀ ਉਮਰ ਬਹੁਤ ਲੰਬੀ ਆ ਇਸ ਆਪਣੇ ਬੂਟੇ ਦੀ। ਬਾਕੀ ਜਿਹੜੇ ਕਿੰਨੂ ਆ ਜਾਂ ਹੋਰ ਜਿਹੜੇ ਫਲ ਆ ਉਹਨਾਂ ਦੀ ਉਮਰ ਛੋਟੀ ਆ ਜੀ। ਪਹਿਲਾਂ ਅੱਜ ਤੋਂ ਕਹਿ ਲਓ 25-30 ਸਾਲ ਪਹਿਲਾਂ ਨਾਸ਼ਪਤੀ ਦੀ ਇੰਨੀ ਜਿਹੜੀ ਮਾਰਕੀਟ ਵੈਲਿਊ ਨਹੀਂ ਸੀਗੀ, ਲੇਕਿਨ ਬੱਗੂ ਗੋਸ਼ਾ ਵੀ ਆ ਗਿਆ ਹੁਣ ਨਵੀਆਂ ਵੈਰਾਈਟੀਆਂ ਦੇ ਆਉਣ ਨਾਲ, ਤੇ ਨਾਸ਼ਪਤੀ ਦਾ ਹੁਣ ਆਪਣੇ ਤੌਰ ਤੇ ਵੀ ਇਹਦਾ ਜਿਹੜਾ ਹੈਗਾ ਮੁੱਲ ਪੈਣ ਲੱਗ ਪਿਆ। ਇਹ ਡਿਮਾਂਡ ਸਾਰੇ ਇੰਡੀਆ ਵਿੱਚ, ਕਲਕੱਤਾ, ਮੁੰਬਈ ਜਾਂ ਹੋਰ ਗੁਜਰਾਤ ਵਿੱਚ, ਦਿੱਲੀ ਤਾਂ ਜਾਂਦਾ ਹੀ ਆ, ਉਹਨਾਂ ਸਾਰੀਆਂ ਮੰਡੀਆਂ ਵਿੱਚ ਇਹਦੀ ਕਾਫੀ ਡਿਮਾਂਡ ਆ। ਕਰਕੇ ਬਹੁਤ ਚੰਗਾ ਫਰੂਟ ਆ। ਇਹ 'ਚ ਬੜੇ ਤੱਤ ਨੇ, ਬੜੇ ਇਹ 'ਚ ਵਿਟਾਮਿਨਸ, ਮਿਨਰਲਸ ਨੇ, ਤੇ ਆਪਣੀ ਸਿਹਤ ਵਾਸਤੇ, ਆਪਣੇ ਹਾਜ਼ਮੇ ਵਾਸਤੇ ਆਪਣੇ ਬਹੁਤ ਵਧੀਆ ਫਰੂਟ ਆ। 40 ਸਾਲ ਪਹਿਲਾਂ ਦੀ ਜੇ ਅਸੀਂ ਗੱਲ ਕਰਦੇ ਹਾਂ ਵਡਾਲਾ ਸਾਹਿਬ, ਤਾਂ ਦੂਰਦਰਸ਼ੀ ਸੋਚ ਕਹੀ ਜਾ ਸਕਦੀ ਹੈ। ਤੁਹਾਡੇ ਪਿਤਾ ਜੀ ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਨੇ 40 ਸਾਲ ਪਹਿਲਾਂ ਆਪਦੇ ਹੱਥੀਂ ਇਹ ਬਾਗ ਲਾਇਆ ਸੀਗਾ, ਉਹਨੂੰ ਲੱਗਦਾ ਸੀ ਉਦੋਂ ਮਾਰਕੀਟਿੰਗ ਉਸ ਸਮੇਂ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਸੀਗੀ? ਉਸ ਸਮੇਂ ਮਾਰਕੀਟ ਨਹੀਂ ਸੀ ਇਹਦੀ ਬਹੁਤੀ, ਲੇਕਿਨ ਚਲੋ ਅਸੀਂ ਤਾਂ ਜੇ ਹੁਣ ਕਹੀਏ ਇਹ ਜਦੋਂ ਲਾਇਆ ਸੀਗਾ ਇਹ 15-20 ਹਜ਼ਾਰ ਏਕੜ ਉਦੋਂ ਇਹਦਾ ਆਪਣੇ ਸਾਨੂੰ ਇਹਦਾ ਸੀਗਾ ਮੁੱਲ ਮਿਲਦਾ ਜੀ, ਤੇ ਇਹ ਤੋਂ ਬਾਅਦ ਨਹੀਂ ਸੀ ਹੁੰਦਾ। ਲੇਕਿਨ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਵੱਧਦਾ ਗਿਆ
ਇਹਦੀ ਮਾਰਕੀਟ ਵੀ ਬਣਦੀ ਗਈ, ਇਹਦਾ ਜਿਹੜਾ ਪ੍ਰੋਡਕਸ਼ਨ ਵੀ ਜ਼ਿਆਦਾ ਹੁੰਦੀ ਗਈ ਤੇ ਨਵੀਆਂ ਟੈਕਨੀਕਸ ਆ ਗਈਆਂ ਇਹਨੂੰ ਸੰਭਾਲਣ ਦੀਆਂ। ਤੇ ਉਹਦੇ ਨਾਲ ਇਹ ਤਕਰੀਬਨ ਕਾਫੀ ਹੁਣ ਇਹਦੇ ਵਿੱਚ ਆਪਣੇ ਇਹਦੀ ਜਿਹੜੀ ਹੈ ਪਰ ਏਕੜੇਜ ਯੀਲਡ ਵਿੱਚ ਤੇ ਪਰ ਏਕੜੇਜ ਜਿਹੜੀ ਇਹਦੀ ਹੈਗੀ ਆ ਸਾਨੂੰ ਪੈਸੇ ਮਿਲਦੇ ਆ, ਉਹਦੇ ਵਿੱਚ ਕਾਫੀ ਫਾਇਦਾ ਹੋ ਗਿਆ। ਲੇਕਿਨ ਜੋ ਲਾਇਆ ਸੀਗਾ ਉਦੋਂ ਛੋਟੇ ਬੂਟੇ ਸੀ, ਉਦੋਂ ਇਹਦੇ ਵਿੱਚ ਖੇਤੀ ਵੀ ਹੁੰਦੀ ਸੀ, ਉਦੋਂ ਨਾਲ ਖੇਤੀ ਵੀ ਕਰਦੇ ਸੀਗੇ ਤੇ 5-6 ਸਾਲ ਤੱਕ ਇਹਦੇ ਵਿੱਚ ਖੇਤੀ ਵੀ ਹੋ ਸਕਦੀ ਆ ਇਹਨਾਂ ਬਾਗਾਂ 'ਚ। ਫਿਰ ਜਦੋਂ ਵੱਡੇ ਬੂਟੇ ਹੋ ਜਾਂਦੇ 6 ਸਾਲ ਤੋਂ ਬਾਅਦ ਕਰਕੇ ਜਿਹੜਾ ਬੂਟਾ ਨਾਸ਼ਪਤੀ ਦਾ, ਬੱਗੂ ਗੋਸ਼ੇ ਦਾ, ਇਹ 6-7 ਸਾਲ ਤੋਂ ਬਾਅਦ ਫਲ ਦਿੰਦਾ ਜੀ, ਛੇਤੀ ਫਲ ਨਹੀਂ ਦਿੰਦਾ। ਇੱਕ ਇਹਦੀ ਇਹ ਥੋੜੀ ਹੈਗੀ ਆ ਕਿ ਉਮਰ ਥੋੜਾ ਜਿਹਾ ਆਪਣੇ ਵਧੇਰੀ ਉਮਰ ਜਾ ਕੇ ਫਲ ਦਿੰਦਾ, ਪਰ ਦੂਸਰੇ ਪਾਸੇ ਹੈ ਕਿ ਇਹਦੀ ਲੰਬੀ ਉਮਰ ਬਹੁਤ ਆ। ਅਗਰ ਇਹਨੂੰ ਕੋਈ ਹੋਰ ਬਿਮਾਰੀ ਨਾ ਲੱਗੇ ਤਾਂ ਫਿਰ ਇਹ 100-100 ਸਾਲ ਪੁਰਾਣੇ ਬਾਗ ਵੀ ਅੰਮ੍ਰਿਤਸਰ, ਖਾਨਕੋਟ, ਪੱਟੀ ਦੇ ਇਲਾਕੇ ਵਿੱਚ ਪਾਏ ਜਾਂਦੇ ਆ, ਜਿਹੜੇ ਪਾਰਟੀਸ਼ਨ ਤੋਂ ਪਹਿਲਾਂ ਦੇ ਬਾਗ ਨੇ, ਅੱਜ ਵੀ ਉਹ ਫਲ ਦੇ ਰਹੇ ਨੇ। ਠੀਕ ਹੈ। ਤੇ ਵਡਾਲਾ ਸਾਹਿਬ, ਇਹਨਾਂ ਦੀ ਮਾਰਕੀਟਿੰਗ ਕਿਸ ਤਰੀਕੇ ਨਾਲ ਹੁੰਦੀ ਹੈ? ਫਿਰ ਇੱਥੇ ਮਾਰਕੀਟ ਹੈਗੀ ਹੈ, ਇਹਨਾਂ ਸੇਲ ਹੋ ਜਾਂਦਾ ਇੱਥੇ? ਨਹੀਂ, ਪੰਜਾਬ ਵਿੱਚ ਤਾਂ ਮਾਰਕੀਟ ਕਰਕੇ ਆਪਾਂ ਦੇਖਦੇ ਹਾਂ ਜਦੋਂ ਇਹਦੀ ਪ੍ਰੋਡਕਸ਼ਨ ਆਉਂਦੀ ਹੈ, ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਫਲ ਲੱਗਾ ਆ ਜੀ, ਤੇ ਪੰਜਾਬ ਵਿੱਚ ਮਾਰਕੀਟ ਹੈਗੀ ਆ, ਲੇਕਿਨ ਜ਼ਿਆਦਾਤਰ ਜਿਹੜੇ ਵਪਾਰੀ ਨੇ ਜਾਂ ਜਿਹੜੇ ਆਪਣੇ ਬਾਗਵਾਨ ਨੇ ਇਹਨੂੰ ਨਾਸ਼ਪਤੀ ਨੂੰ ਦਿੱਲੀ ਵੇਚਦੇ ਨੇ, ਜਾਂ ਇਹਦਾ ਬਹੁਤ ਵੱਡੀ ਮਾਰਕੀਟ ਹੈ ਕੈਲਕਟਾ ਜੀ। ਉੱਥੇ ਜਦੋਂ ਹੁੰਦੀ ਆ ਦੁਰਗਾ ਪੂਜਾ ਜੀ, ਉਦੋਂ ਬਹੁਤ ਇਹਦੀ ਜ਼ਿਆਦਾ ਡਿਮਾਂਡ ਹੁੰਦੀ ਹੈ ਕੈਲਕਟਾ ਵਿੱਚ। ਉੱਥੇ ਅਹਿਮਦਾਬਾਦ ਵੀ ਜਾਂਦਾ, ਗੁਜਰਾਤ, ਮੁੰਬਈ ਵੀ ਜਾਂਦਾ ਆ, ਸਾਰੇ ਆਪਣੇ ਦੇਸ਼ ਵਿੱਚ ਮਾਰਕੀਟ ਹੈ ਇਹਦੀ। ਲੇਕਿਨ ਪੰਜਾਬ ਵਿੱਚ ਮਾਰਕੀਟ ਕਰਕੇ ਆਪਣਾ ਸੂਬਾ ਛੋਟਾ ਆ, ਇੱਥੇ ਜਿਹੜੇ ਬਾਹਰੋਂ ਫਲ ਆਉਂਦਾ, ਹੁਣ ਜਿਵੇਂ ਅੱਜ ਕੱਲ੍ਹ ਅੰਬ ਬਹੁਤ ਆ, ਅੰਬ ਦੀ ਆਪਣੀ ਜ਼ਿਆਦੀ ਆ ਡਿਮਾਂਡ, ਇਸ ਕਰਕੇ ਇਹਦੀ ਮਾਰਕੀਟ ਉਨੀ ਨਹੀਂ ਹੈ ਤੇ ਨਾਲੇ ਇਹਨੂੰ ਸਟੋਰ ਕਰਕੇ ਇਹਨੂੰ ਵੇਚਣਾ ਪੈਂਦਾ। ਇਹ ਇਸ ਵੇਲੇ ਬੜਾ ਇਹ ਜਿਹੜਾ ਫਲ ਆ ਜਦੋਂ ਆਪਾਂ ਤੋੜਦੇ ਆ ਦਰਖਤ ਨਾਲੋਂ ਬੜਾ ਸਖਤ ਹੁੰਦਾ ਆ, ਇਹਨੂੰ ਪੱਥਰਨਾਕ ਵੀ ਕਹਿੰਦੇ ਨੇ, ਹਾਰਡ ਹੁੰਦੀ ਹੈ। ਤੇ ਫਿਰ ਇਹਨੂੰ ਬਹੁਤ ਸਾਰੇ ਵਪਾਰੀ ਜਾਂ ਬਾਗਵਾਨ ਇਹਨੂੰ ਸਟੋਰ ਕਰਦੇ ਆ। ਸਟੋਰ ਕਰਨ ਤੋਂ ਬਾਅਦ 1.5-2 ਮਹੀਨੇ ਤੋਂ ਬਾਅਦ ਕੱਢ ਕੇ ਉਦੋਂ ਫਿਰ ਇਹਦੇ ਚ ਰਸ ਵੀ ਜ਼ਿਆਦਾ ਆਪਣੇ ਭਰ ਜਾਂਦਾ, ਥੋੜੀ ਨਰਮ ਹੋ ਜਾਂਦੀ ਹੈ, ਸੌਫਟ ਹੋ ਜਾਂਦੀ ਹੈ, ਫਿਰ ਇਹਦਾ ਬਹੁਤ ਜ਼ਿਆਦਾ ਆਪਣੇ ਮੁੱਲ ਮਿਲਦਾ ਬਜਾਏ ਕਿ ਇਹਦਾ ਸਿੱਧੀ ਵੇਚਣ ਨਾਲੋਂ। 40 ਸਾਲ ਪਿੱਛੇ ਆਪਾਂ ਚੱਲੀਏ, ਅਗਰ 40 ਸਾਲ ਪਹਿਲਾਂ ਜਿੱਦਾਂ ਤੁਸੀਂ ਦੱਸਿਆ, ਉਦੋਂ ਉਸ ਹਿਸਾਬ ਦੇ ਨਾਲ ਫਿਰ ਮਾਰਕੀਟਿੰਗ ਦੇ ਵਿੱਚ ਤੇ ਹੁਣ ਦੀ ਮਾਰਕੀਟਿੰਗ ਦੇ ਵਿੱਚ ਬਹੁਤ ਜ਼ਿਆਦਾ ਫਰਕ ਆਇਆ ਹੋਣਾ। ਬਹੁਤ ਫਰਕ ਹੈ ਜੀ, ਬਿਲਕੁਲ ਸਹੀ ਆਖਿਆ ਤੁਸੀਂ, ਕਰਕੇ ਉਦੋਂ ਮਾਰਕੀਟ ਦੀ ਲਿਮਟਿਡ ਸੀਗੀ ਜੀ, ਉਦੋਂ ਇੰਨੀ ਅਵੇਅਰਨੈਸ ਵੀ ਨਹੀਂ ਸੀ ਲੋਕਾਂ 'ਚ। ਹੁਣ ਤਾਂ ਦੇਖੋ ਕਿੰਨੀ ਪ੍ਰੋਸੈਸਿੰਗ ਕਿੰਨੀ ਹੋਣ ਲੱਗ ਪਈ ਆ, ਜੂਸ ਕਿਵੇਂ ਬਣਦਾ ਹੁਣ, ਤੇ ਹੋਰ ਵੀ ਆਪਣੇ ਮੁਰੱਬੇ ਬਣਦੇ ਆ, ਤੇ ਹੋਰ ਬਹੁਤ ਸਾਰੇ ਉਹਦੇ ਵਿੱਚ ਨਾ ਆਪਣੇ ਡਾਈਟ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਆ। ਤੇ ਉਹਦੇ ਕਰਕੇ ਇਹਦੀ ਮਾਰਕੀਟ ਬਹੁਤ ਜ਼ਿਆਦਾ ਐਕਸਪੈਂਡ ਹੋ ਗਈ, ਹੌਲੀ ਹੌਲੀ ਐਕਸਪੈਂਡ ਹੋਈ ਆ। ਟਾਈਮ ਇਹਨੂੰ ਜ਼ਰੂਰ ਲੱਗਾ ਆ, ਲੇਕਿਨ ਅੱਜ ਆਪਾਂ ਕਹਿ ਸਕਦੇ ਆ ਕਿ ਅੱਜ ਜਿਹੜਾ ਨਾਸ਼ਪਤੀ ਦਾ ਚੰਗਾ ਬਾਗ ਆ, ਜੇ ਤੁਸੀਂ ਮੈਨੂੰ ਪੁੱਛੋ ਤੇ ਮੈਂ ਕਹਿ ਸਕਦਾ ਕਿ ਉਹ ਚੰਗੇ ਬਾਗ ਨੂੰ ਲੱਖ ਰੁਪਈਆ ਆਪਣੇ ਏਕੜ ਦੇਣਾ ਚਾਹੀਦਾ ਆ ਕਿਸਾਨ ਨੂੰ, ਚੰਗੇ ਬਾਗ ਨੂੰ। ਕਈ ਲੱਖ ਤੋਂ ਵੱਧ ਵੀ ਕਿਸਾਨ ਕਹਿ ਦਿੰਦੇ, ਬਾਗਵਾਨ ਵੀ ਸਾਡਾ, ਪੱਟੀ ਵਾਲੇ ਕਹਿੰਦੇ ਸਾਡਾ ਵੱਧ ਵਿਕਦਾ ਆ, ਪਰ ਚਲੋ ਮੈਂ ਐਵਰੇਜ ਕਹਿ ਸਕਦਾ, ਕਿਸੇ ਦਾ 80,000 ਨੂੰ ਵਿਕਦਾ, ਕਿਸੇ ਦਾ 75,000 ਨੂੰ, ਲੱਖ ਸਵਾ ਲੱਖ ਚੰਗਾ ਬਾਗ ਹੋਵੇ, 1 ਲੱਖ ਰੁਪਈਆ ਪਰ ਏਕੜ ਇਹਦਾ ਆਪਾਂ ਨੂੰ ਜਿਹੜਾ ਰਿਟਰਨ ਮਿਲਣੀ ਚਾਹੀਦੀ ਆ ਕਿਸਾਨ ਨੂੰ। ਵਡਾਲਾ ਸਾਹਿਬ, ਖਰਚਾ ਕਿੰਨਾ, ਕੋਸਟ ਦੀ ਅਸੀਂ ਗੱਲ ਕਰਦੇ ਹਾਂ ਤਾਂ ਕਿਸਾਨੀ ਦੇ ਵਿੱਚ ਇਹ ਚੀਜ਼ ਬੜੀ ਮੈਟਰ ਕਰਦੀ ਹੈ ਕਿ ਖਰਚਾ ਕਿੰਨਾ, ਉਸ ਤੋਂ ਬਾਅਦ ਫਿਰ ਮੁਨਾਫਾ ਦੇਖਿਆ ਜਾਂਦਾ ਵੀ ਮੁਨਾਫਾ ਕਿੰਨਾ। ਇਸ ਹਿਸਾਬ ਦੇ ਨਾਲ ਆਪਾਂ ਦੇਖੀਏ ਤਾਂ ਖਰਚਾ ਕਿੰਨਾ? ਖਰਚਾ ਤਾਂ ਦੇਖੋ ਜੀ ਕਾਫੀ ਹੁੰਦਾ, ਕਰਕੇ ਖਰਚਾ ਇਹਦੀ ਸੇਵਾ ਸੰਭਾਲ ਸਾਰਾ ਸਾਲ ਕਰਨੀ ਪੈਂਦੀ ਹੈ, ਇਹਨੂੰ ਖਾਦ ਵੀ ਪਾਉਣੀ ਪੈਂਦੀ। ਬੂਟਾ ਇੱਕ ਤਰ੍ਹਾਂ ਦਾ ਬੱਚਿਆਂ ਨੂੰ ਪਾਲਣਾ ਪੈਂਦਾ। ਜਿਹੜੇ ਬਾਗਵਾਨ ਬੱਚਿਆਂ ਨੂੰ ਬੂਟਾ ਪਾਲਦੇ ਨੇ ਤੇ ਉਹ ਬਾਗਾਂ ਦੀ ਬਹੁਤ ਜ਼ਿਆਦਾ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ। ਇਸ ਲਿਹਾਜ਼ ਨਾਲ ਇਹਦਾ ਖਰਚਾ ਮਤਲਬ ਖਾਦਾਂ ਤੋਂ ਲੈ ਕੇ ਸਪਰੇਆਂ ਤੱਕ, ਫਿਰ ਇਹਦੀ ਪ੍ਰੂਨਿੰਗ ਕਰਨੀ ਪੈਂਦੀ ਹੈ। ਜਦੋਂ ਪੱਤੇ ਝੜ ਜਾਂਦੇ ਨੇ 2-3 ਮਹੀਨੇ ਇਹ ਜਿਹੜਾ ਬੂਟਾ ਬਿਲਕੁਲ ਨੀਂਦ ਵਿੱਚ ਸੌ ਜਾਂਦਾ, ਡੋਰਮੈਂਟ ਹੋ ਜਾਂਦਾ। ਜਦੋਂ ਸਿਆਲ ਪਤਝੜ ਦਾ ਸਮਾਂ ਆਉਂਦਾ ਆ, ਫਿਰ ਇਹਦੀ ਉਦੋਂ ਕਟਿੰਗ ਹੁੰਦੀ ਆ, ਕਟਿੰਗ ਕਰਕੇ ਉਸ ਤੋਂ ਬਾਅਦ ਫਿਰ ਇਹਨੂੰ ਖਾਦ ਪਾਉਂਦੇ ਆ, ਖਾਦ ਪਾ ਕੇ ਵਿੱਚ ਸਪਰੇਅ ਕਰਦੇ ਆ ਪਹਿਲਾਂ ਪੱਤੇ ਆਉਣ ਤੋਂ ਪਹਿਲਾਂ। ਫਿਰ ਜਦੋਂ ਪੱਤੇ ਆ ਜਾਂਦੇ ਆ ਫਿਰ ਨਾਲ ਫਲ ਆਪਣੇ ਫਲਾਵਰ ਆ ਜਾਂਦਾ, ਫੁੱਲ ਆ ਜਾਂਦਾ, ਫਿਰ ਉਸ ਤੋਂ ਬਾਅਦ ਇਹਦੀ ਲਗਾਤਾਰ ਸਪਰੇਆਂ ਸ਼ੁਰੂ ਹੁੰਦੀਆਂ ਜਿੰਨਾ ਤੱਕ ਇਹਨੂੰ ਆਪਾਂ ਤੋੜਦੇ ਨੇਗੇ। ਸੋ ਇਹਦੀ ਪਾਣੀ ਵੀ ਬਹੁਤ ਮੰਗਦਾ ਆ, ਦੇਖੋ ਜਿੰਨਾ ਪਾਣੀ ਹੋਊਗਾ ਉਨਾ ਹੀ ਇਹਨੇ ਮੋਟਾ ਹੋਣਾ ਆ, ਪਾਣੀ ਬਹੁਤ ਮੰਗਦਾ ਆ, ਕਰਕੇ ਆਖਰ ਇਹ ਵੀ ਬੂਟੇ ਨਾਲ ਜਾਨ ਆ। ਤੇ ਸੋ ਇਹਦੀ ਸੇਵਾ ਸੰਭਾਲ ਤਾਂ ਕਾਫੀ ਆ, ਪਰ ਫਿਰ ਵੀ ਜੇ ਇਹਨੂੰ ਸਹੀ ਤਰੀਕੇ ਨਾਲ ਇਹਨਾਂ ਬਾਗਾਂ ਨੂੰ ਆਪਣੇ ਪਾਲਿਆ ਜਾਵੇ, ਸਹੀ ਤਰੀਕੇ ਦੇ ਨਾਲ ਇਹਨਾਂ ਦੀ ਸੇਵਾ ਸੰਭਾਲ ਹੋਵੇ, ਬਾਗਾਂ ਦੀ ਕੋਈ ਫਲ ਹੋਵੇ, ਤੇ ਉਹ ਕਾਫੀ ਆਪਣਾ ਜਿਹੜਾ ਹੈ ਰਿਟਰਨ ਦਿੰਦਾ। ਤੇ ਨਾਲ ਵੱਡੀ ਗੱਲ ਹੈ ਕਿ ਡਿਵਰਸੀਫਿਕੇਸ਼ਨ ਆ ਐਗਰੀਕਲਚਰ ਦੀ, ਝੋਨੇ ਤੋਂ ਜਾਂ ਹੋਰ ਆਪਣੇ ਜਿਹੜਾ ਫਸਲਾਂ ਆ ਪੁਰਾਤਨ, ਉਹਨਾਂ ਨੂੰ ਛੱਡ ਕੇ ਸਰਕਾਰਾਂ ਵੀ ਕਹਿੰਦੀਆਂ ਆ ਕਿ ਆਪਾਂ ਇਹਨਾਂ ਦਾ
ਡਾਈਵਰਸਿਫਾਈ ਕਰੋ, ਵਿਭਿੰਨਤਾ ਲੈ ਕੇ ਆਓ ਆਪਣੀ ਖੇਤੀਬਾੜੀ 'ਚ। ਸੋ ਇੱਕ ਇਹ ਵੀ ਕਾਰਨ ਸੀ ਉਹਨਾਂ ਦੂਰ ਅੰਦੇਸ਼ੀ ਲੀਡਰਾਂ ਦਾ, ਵਡਾਲਾ ਸਾਹਿਬ ਵਰਗਿਆਂ ਦਾ, ਹੋਰ ਬਹੁਤ ਸਾਰੇ ਲੀਡਰ ਨੇ ਆਪਣੇ ਪੰਜਾਬ ਵਿੱਚ। ਬਾਦਲ ਸਾਹਿਬ ਦੇ ਵੀ ਬਾਗ ਹੈਗੇ, ਉਹਨਾਂ ਨੇ ਵੀ ਨਾਸ਼ਪਤੀ ਲਾਈ ਸੀ। ਗੁਰਦਿਆਲ ਸਿੰਘ ਢਿੱਲੋਂ ਜਿਹੜੇ ਸਪੀਕਰ ਰਹੇ ਨੇ ਆਪਣੇ ਲੋਕ ਸਭਾ ਦੇ, ਉਹਨਾਂ ਦਾ ਵੀ ਬਾਗ ਸੀਗਾ। ਕਰਕੇ ਉਦੋਂ ਲੀਡਰ ਇਕੱਠੇ ਸਾਰੇ ਹੁੰਦੇ ਸੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂਦੇ ਸੀਗੇ, ਤੇ ਖੇਤੀਬਾੜੀ ਯੂਨੀਵਰਸਿਟੀ ਨੇ ਇਹ ਇਹਨਾਂ ਨੂੰ ਸੁਜੈਸਟ ਕੀਤਾ ਸੀਗਾ ਵੀ ਤੁਸੀਂ ਆਹ ਜਿਹੜੀ ਨਵੀਂ ਕਿਸਮ ਦੀ ਨਾਸ਼ਪਤੀ ਆਈ ਆ, ਪੱਥਰ ਨਾਕ ਆ, ਬੱਗੂ ਗੋਸ਼ਾ ਆ, ਉਹਨੂੰ ਤੁਸੀਂ ਆਪਣੇ ਫਾਰਮ ਚ ਲਾਓ ਤੇ ਉਹਦਾ ਆਪਾਂ ਸਾਰਿਆਂ ਨੂੰ ਫਾਇਦਾ ਹੋ ਸਕਦਾ। ਮੇਰੇ ਕੈਮਰਾ ਪਰਸਨ ਨੂੰ ਕਹੂੰਗਾ ਕਿ ਇਹ ਜ਼ਰੂਰ ਇੱਕ ਵਾਰ ਕਲੋਜ਼ ਕਰਕੇ ਦਿਖਾਉਣ। ਵਡਾਲਾ ਸਾਹਿਬ, ਇਸ ਦੇ ਵਿੱਚ ਕੁਆਲਿਟੀ ਦਾ ਵੀ ਵੱਖ-ਵੱਖ ਫਰਕ ਆ। ਜਿੱਦਾਂ ਇਹ ਜਿਹੜਾ ਪੌਦਾ ਇਹ ਤੇ ਫਲ ਤਾਂ ਜ਼ਿਆਦਾ ਹੈ, ਪਰ ਇਹ ਥੋੜਾ ਛੋਟਾ ਹੈ, ਜਿੱਦਾਂ ਆਪਾਂ ਕਹਿ ਸਕਦੇ ਹਾਂ ਉਸ ਦੇ ਵਿੱਚ ਕਿ ਕੁਆਲਿਟੀ ਚੰਗੀ ਹੈ, ਉਹ ਫਲ ਵੀ ਮੋਟਾ ਹੈ। ਇਹਦੇ ਵਿੱਚ ਦੇਖੋ ਜੀ, ਵੈਸੇ ਇਹ ਗੱਲ ਤੁਸੀਂ ਬੜੀ ਸਹੀ ਆਖੀ ਆ। ਇਹ ਛੋਟੇ ਬੂਟਿਆਂ ਨੂੰ ਗੁੱਲੇ ਕਹਿ ਦਿੰਦੇ ਆ ਆਮ ਤੌਰ ਤੇ ਨਾ, ਜਿਹੜੇ ਬਾਗ ਵਾਲੇ ਆ। ਵੀ ਜਿਹੜੇ ਛੋਟੇ ਬੂਟੇ ਹੁੰਦੇ ਆ ਉਹਨਾਂ ਨੂੰ ਫਲ ਕਈ ਵਾਰ ਥੋੜਾ ਹੁੰਦਾ, ਲੇਕਿਨ ਫਲ ਮੋਟਾ ਹੋ ਜਾਂਦਾ ਆ। ਤੇ ਜਿਹੜੇ ਵੱਡੇ ਬੂਟੇ ਹੁੰਦੇ ਆ ਉਹਨਾਂ ਨੂੰ ਫਲ ਜ਼ਿਆਦਾ ਹੁੰਦਾ, ਤੇ ਜਿਵੇਂ ਹੁੰਦਾ ਨਾ ਉੱਤੇ ਫਿਰ ਬੋਝ ਪੈ ਜਾਂਦਾ ਬੂਟੇ ਤੇ, ਫਿਰ ਸਾਰਾ ਫਲ ਇੱਕ ਸਾਈਜ਼ ਦਾ ਨਹੀਂ ਹੁੰਦਾ, ਬਰੀਕ ਵੀ ਹੁੰਦਾ, ਮੀਡੀਅਮ ਵੀ ਹੁੰਦਾ, ਮੋਟਾ ਵੀ ਹੁੰਦਾ ਆ। ਪਰ ਇਹਦਾ ਜਿਹੜਾ ਸਹੀ ਆਪਣਾ ਹੈਗਾ ਆ ਸਾਈਜ਼ ਪਲਾਂਟ ਦਾ, ਬੂਟੇ ਦਾ, ਉਹ ਹੈਗਾ ਮੀਡੀਅਮ ਰਵੇ, ਨਾ ਬਹੁਤਾ ਵੱਡਾ ਹੋਵੇ ਤੇ ਨਾ ਹੀ ਬਹੁਤਾ ਛੋਟਾ ਹੋਵੇ। ਮੀਡੀਅਮ ਬੂਟਾ, ਉਹਦੇ ਨਾਲ ਆਪਣੇ ਫਲ ਵੀ ਪੂਰਾ ਮਿਲੂਗਾ ਤੇ ਫਲ ਮੋਟਾ ਵੀ ਹੋਊਗਾ। ਠੀਕ ਹੈ ਵਡਾਲਾ ਸਾਹਿਬ, ਇਹ ਤਾਂ 40 ਸਾਲ ਪੁਰਾਣੇ ਬੂਟੇ ਤੁਸੀਂ ਦੱਸ ਰਹੇ ਹੋ, ਜਿੱਦਾਂ 40 ਸਾਲ ਪੁਰਾਣਾ ਬਾਗ ਲਾਇਆ। ਕੋਈ ਨਵੀਂ ਪਲਾਂਟੇਸ਼ਨ ਵੀ ਕੀਤੀ ਹੈ, ਨਵੇਂ ਵੀ ਪਲਾਂਟਸ ਉਗਾਉਂਦੇ ਰਹਿੰਦੇ ਹੋ ਤੁਸੀਂ? ਅਸੀਂ ਦੇਖੋ ਆ ਜਿਹੜਾ ਤੁਹਾਨੂੰ ਕਈ ਵਾਰੀ ਦੇਖਣ ਨੂੰ ਮਿਲਦਾ ਕਿ ਆ ਖਾਲੀ ਏਰੀਆ ਆ ਜੀ, ਬਹੁਤ ਸਾਰੇ ਪਲਾਂਟ ਹਨੇਰੀ ਨਾਲ ਡਿੱਗ ਜਾਂਦੇ ਆ। ਬਹੁਤ ਸਾਰੇ ਪਲਾਂਟ ਆਪਣੇ ਕਿਸੇ ਉਹਦੇ ਫੰਗਸ ਕਾਰਨ ਜਾਂ ਕਿਸੇ ਬਿਮਾਰੀ ਕਾਰਨ ਉਹ ਮਰ ਜਾਂਦੇ ਆ। ਉਸ ਤੋਂ ਬਾਅਦ ਸਾਨੂੰ ਨਾਲ ਇਹਦੀ ਪਲਾਂਟੇਸ਼ਨ ਕਰਨੀ ਪੈਂਦੀ ਆ ਜੀ। ਤੇ ਹੁਣ ਮੈਂ ਜਿਵੇਂ ਕਹਿ ਰਿਹਾ ਕਿ ਯੂਨੀਵਰਸਿਟੀ ਨੇ ਨਵੀਆਂ ਜਿਹੜੀਆਂ ਕਿਸਮਾਂ ਕੱਢੀਆਂ ਆ, ਖਾਸ ਤੌਰ ਤੇ ਬੱਗੂ ਗੋਸ਼ੇ ਦੀਆਂ। ਹੁਣ ਤੜਾਈ ਹੋ ਰਹੀ ਆ ਬਾਗ ਦੀ, ਫਲ ਲੱਗਾ, ਤੇ ਇਹਨਾਂ ਵਪਾਰੀਆਂ ਨੇ ਜਿਨ੍ਹਾਂ ਨੇ ਬਾਗ ਦੀ ਤੜਾਈ ਕਰਨੀ ਆ, ਇਹਨਾਂ ਨੇ ਬੱਗੂ ਗੋਸ਼ਾ ਤੋੜ ਲਿਆ ਪਹਿਲਾਂ, ਕਰਕੇ ਬੱਗੂ ਗੋਸ਼ੇ ਦੀ ਮਾਰਕੀਟ ਜ਼ਿਆਦੀ ਆ, ਉਹਦੀ ਵੈਲਿਊ ਜ਼ਿਆਦੀ ਬੱਗੂ ਗੋਸ਼ੇ ਦੀ। ਤੇ ਸੋ ਬੱਗੂ ਗੋਸ਼ਾ ਵੀ ਆ, ਆਪਣੇ ਨਾਸ਼ਪਤੀ ਵੀ ਆ, ਪਹਿਲਾਂ ਆੜੂ ਵੀ ਵਿੱਚ ਸੀਗੇ, ਤੇ ਉਹ ਤਾਂ ਆੜੂ ਦੀ ਜਿਹੜੀ ਹੈਗੀ ਲਾਈਫ ਘੱਟ ਹੁੰਦੀ ਆ। ਸੋ ਜ਼ਿਆਦਾਤਰ ਇਹ ਆਪਣੇ ਵੈਰਾਈਟੀਆਂ ਤੇ ਨਿਰਭਰ ਕਰਦਾ ਆ। ਬੱਗੂ ਗੋਸ਼ੇ ਦੀਆਂ ਕਈ ਵੈਰਾਈਟੀਜ਼ ਆ। ਨਾਸ਼ਪਤੀ ਦੀ ਵੈਰਾਈਟੀ ਜਿਹੜੀ ਕਾਮਯਾਬ ਆ ਪੰਜਾਬ ਵਿੱਚ, ਉਹਨੂੰ ਆਪਾਂ ਪੱਥਰ ਨਾਕ ਕਹਿੰਦੇ ਆ, ਜਿਹੜੀ ਆਪਾਂ ਦੇਖ ਸਕਦੇ ਆ। ਠੀਕ ਹੈ ਵਡਾਲਾ ਸਾਹਿਬ, ਇੱਕ ਬੂਟੇ ਦੀ ਕੀਮਤ ਕਿੰਨੀ ਹੈ, ਜਦੋਂ ਕੀਮਤ ਕਿੰਨੀ ਹੈ ਔਰ ਉਸ ਤੇ ਕੋਸਟ ਕਿੰਨੀ ਆ ਜਾਂਦੀ ਹੈ ਜਦੋਂ ਤੱਕ ਉਹ ਫਲ ਦੇਣ ਲੱਗਦਾ? ਦੇਖੋ, ਇਹਦਾ ਆਪਾਂ ਬਰੀਕੀ ਨਾਲ ਤਾਂ ਨਹੀਂ ਅੰਦਾਜ਼ਾ ਲਾ ਸਕਦੇ ਕਿੰਨਾ ਉੱਤੇ ਪੈਸਾ ਲੱਗਦਾ ਇੱਕ ਬੂਟੇ ਨੂੰ ਪਾਲਣ ਵਾਸਤੇ, ਲੇਕਿਨ ਪਹਿਲਾਂ ਤਾਂ ਜਦੋਂ ਸ਼ੁਰੂ 'ਚ ਬਾਗ ਲਾਏ ਆ, ਉਦੋਂ ਤਾਂ ਇਹ ਕੀਮਤ ਬਹੁਤ ਸਸਤੀ ਸੀਗੀ ਬੂਟਿਆਂ ਦੀ। ਉਦੋਂ ਤਾਂ ਕਹਿ ਲਓ ਵੀ ਤੁਹਾਨੂੰ, ਜੇ ਮੈਂ ਕਹਾਂ ਅੰਦਾਜ਼ੇ ਨਾਲ, ਆਪਣੇ 10 ਰੁਪਏ ਦਾ ਬੂਟਾ ਮਿਲਦਾ ਸੀ, 50 ਦਾ ਮਿਲਦਾ ਸੀ, 100-150 ਦਾ ਮਿਲਦਾ ਸੀਗਾ। ਹੁਣ ਥੋੜਾ ਬੂਟਾ ਆਪਣੇ ਐਕਸਪੈਂਸਿਵ ਆ, ਮਹਿੰਗਾ ਆ। ਤੇ ਕਰਕੇ ਜਿਵੇਂ ਟਾਈਮ ਬੀਤਦਾ ਗਿਆ ਤੇ ਉਹ ਡਿਮਾਂਡ ਵੀ ਵੱਧਦੀ ਗਈ, ਤੇ ਕੁਛ ਆ ਵੀ ਜੇ ਆਪਾਂ ਨਰਸਰੀ ਲਾਉਣੀ ਆ, ਉਹਨਾਂ ਨੂੰ ਵੀ ਆਪਣੇ ਵੱਧ ਪੈਸੇ ਲਾਉਣੇ ਪੈਂਦੇ ਨਰਸਰੀ ਉਗਾਉਣ ਵਾਸਤੇ। ਚਾਹੇ ਯੂਨੀਵਰਸਿਟੀ ਆ, ਚਾਹੇ ਪੰਜਾਬ ਦਾ ਹਾਰਟੀਕਲਚਰ ਡਿਪਾਰਟਮੈਂਟ ਹੈ, ਉਹ ਵੀ ਨਰਸਰੀ ਲਾ ਕੇ ਆਪਣੇ ਕਿਸਾਨਾਂ ਨੂੰ ਦਿੰਦੇ ਆ, ਜਾਂ ਕੋਈ ਪ੍ਰਾਈਵੇਟ ਨਰਸਰੀ ਆ। ਸੋ ਹੁਣ ਪੁਰਾਣੇ ਸਮੇਂ ਨਾਲ ਜਦੋਂ ਬਾਗ ਲੱਗਾ ਸੀਗਾ, ਉਦੋਂ ਬੂਟੇ ਸਸਤੇ ਸੀਗੇ। ਹੁਣ ਤਾਂ ਇਹਦਾ ਜਿਹੜਾ ਹੈਗਾ ਬੂਟੇ ਦਾ ਮੁੱਲ ਕਾਫੀ ਆ। ਤੇ ਜੇ ਕਹੀਏ ਕਰਕੇ ਦੇਖੋ, ਇਹਨੂੰ ਪਾਲਣਾ ਪੈਂਦਾ 6-7 ਸਾਲ। 6-7 ਸਾਲ ਬਾਅਦ ਇਹਦਾ ਜਿਹੜਾ ਆਪਣੇ ਪੀਰੀਅਡ ਆ, ਜਿਸ ਪੀਰੀਅਡ ਤੱਕ ਇਹ ਫਲ ਨਹੀਂ ਦਿੰਦਾ, ਉਸ ਪੀਰੀਅਡ ਤੱਕ ਖਰਚਾ ਬਹੁਤ ਆਉਂਦਾ, ਤੇ ਕਿਸਾਨ ਨੂੰ ਇਹ ਖਰਚਾ ਝੱਲਣਾ ਪੈਂਦਾ ਆ। ਬਹੁਤ ਸਾਰੇ ਕਿਸਾਨ ਇਸ ਕਰਕੇ ਨਹੀਂ ਬਾਗ ਲਾਉਂਦੇ ਵੀ ਇਹਨਾਂ 6-7 ਸਾਲ ਆਪਣੇ ਬਿਨਾਂ ਫਸਲ ਤੋਂ ਕਿਵੇਂ ਕਰਾਂਗੇ। ਥੋੜੀ ਬਹੁਤੀ ਫਸਲ ਉਦੋਂ ਵਿੱਚ ਆਪਾਂ ਲੈ ਸਕਦੇ ਆ, ਉਹਨੂੰ ਮਲਟੀਪਲ ਕ੍ਰੋਪਿੰਗ ਆਪਾਂ ਜਿਵੇਂ ਕਰੀਦਾ ਆ, ਇੰਟਰ ਕ੍ਰੋਪਿੰਗ ਕਰੀਦੀ ਆ, ਉਦੋਂ ਇੰਟਰ ਕ੍ਰੋਪਿੰਗ ਹੋ ਜਾਂਦੀ ਆ। ਪਰ ਇਹਦਾ ਪੀਰੀਅਡ ਲੰਬਾ ਆ, ਇਸ ਕਰਕੇ ਕਈ ਵਾਰੀ ਕਿਸਾਨ ਇਹਨੂੰ ਅਪਣਾਉਣ ਵਿੱਚ ਥੋੜੀ ਜੀ ਆਪਣੇ ਕਹਿ ਲਓ ਹਿਚਕਿਚਾਉਣ ਵਾਲੀ ਸੋਚ ਰੱਖਦੇ ਨੇ। ਠੀਕ ਹੈ, ਤੇ ਹੁਣ ਦੀ ਆਪਾਂ ਗੱਲ ਕਰੀਏ, ਇਸ ਦੇ ਵਿੱਚੋਂ ਕਿਸਾਨ ਕਮਾਈ ਕਿੰਨੀ ਕਰ ਸਕਦੇ ਨੇ? ਜਿੱਦਾਂ ਮੈਂ ਪਹਿਲਾਂ ਵੀ ਤੁਹਾਡੇ ਤੋਂ ਇਹ ਸਵਾਲ ਪੁੱਛਿਆ ਸਰ, ਥੋੜਾ ਜਿਹਾ ਬਰੀਕੀ ਦੇ ਨਾਲ ਸਮਝਾ ਦਿਓ ਕਿ ਜਿਹੜੇ ਕਿਸਾਨ ਹੁਣ ਕੋਈ ਝੋਨਾ ਲਾਉਂਦਾ, ਫਿਰ ਝੋਨਾ ਵੱਢ ਲਿਆ ਤਾਂ ਫਿਰ ਕਣਕ ਬੀਜ ਦੇਣੀ ਹੈ, ਉਹ ਇਸ ਬਾਗਬਾਨੀ ਵਾਲੇ ਪਾਸੇ ਆਉਣ ਤਾਂ ਉਹਨਾਂ ਨੂੰ ਥੋੜਾ ਗਾਈਡ ਕਰ ਦਿਓ ਕਿ ਉਹ ਕਿਸ ਤਰੀਕੇ ਦੇ ਨਾਲ ਬਾਗਬਾਨੀ ਕਰ ਸਕਦੇ ਆ। ਦੇਖੋ, ਬੜੀ ਚੰਗੀ ਗੱਲ ਆਖੀ ਤੁਸੀਂ। ਜਿਹੜੇ ਨਾ ਬਾਗ ਨੇ, ਕੋਈ ਵੀ ਫਲ ਆ, ਇਹਦੇ ਵਿੱਚ ਇਹਨੂੰ ਆਪਾਂ ਕਹਿ ਸਕਦੇ ਆ ਇਹ ਬੜਾ ਕੈਸ਼ ਕ੍ਰੌਪ ਆ। ਇਹ ਜਦੋਂ ਵੀ ਆਪਾਂ ਮਾਰਕੀਟ ਲੈ ਕੇ ਜਾਣੀ ਆ, ਇਹਨੇ ਉਸ ਵੇਲੇ ਵਿਕ ਜਾਣਾ ਕਰਕੇ ਫਲ ਆ। ਸੋ ਵੱਖਰੇ ਵੱਖਰੇ ਫਲਾਂ ਦੀ ਵੱਖਰੀ ਵੱਖਰੀ ਕੀਮਤ ਆ। ਲੀਚੀ ਦੀ ਜ਼ਿਆਦੀ ਆ, ਅੰਬ ਦੀ ਜ਼ਿਆਦੀ ਆ, ਅਮਰੂਦ ਇਹਦੇ ਵਰਗਾ ਆ, ਤੇ ਹੋਰ ਸਾਰੇ ਔਲੇ ਵੀ ਲੱਗਦੇ ਨੇ, ਬੇਰ ਵੀ ਲੱਗਦੇ ਨੇ,
ਤੇ ਕਾਫੀ ਹੋਰ ਵੀ ਕਈ ਆਪਣੇ ਫਲ ਪੰਜਾਬ ਵਿੱਚ ਉਗਾਏ ਜਾਂਦੇ ਆ। ਕਿੰਨੂ ਆ, ਕਿੰਨੂ ਦੀ ਕੀਮਤ ਬਹੁਤ ਆ, ਕਿੰਨੂ ਦੀ ਲਾਗਤ ਬੜੀ ਆ ਤੇ ਕਿੰਨੂ ਬੜਾ ਕਾਮਯਾਬ ਆ ਹੁਸ਼ਿਆਰਪੁਰ ਤੇ ਅਬੋਹਰ ਦੀ ਧਰਤੀ ਤੇ। ਸੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਅਗਰ ਸਹੀ ਤਰੀਕੇ ਦੇ ਨਾਲ ਕੋਈ ਵੀ ਆਪਾਂ ਬਾਗ ਲਾ ਕੇ ਉਹਨੂੰ ਸਹੀ ਤਰੀਕੇ ਨਾਲ ਸਾਂਭੀਏ ਤੇ ਇਹਦੀ ਜਿਹੜੀ ਆਮਦਨ ਆ ਕਣਕ ਝੋਨੇ ਦੇ ਨਾਲੋਂ ਆਪਾਂ ਜ਼ਿਆਦਾ ਲੈ ਸਕਦੇ ਆ, ਜ਼ਿਆਦਾ ਲੈ ਸਕਦੇ ਆ। ਤੇ ਦੂਸਰੀ ਗੱਲ ਇਹ ਆ ਕਿ ਮਾਰਕੀਟਿੰਗ, ਸਭ ਤੋਂ ਵੱਡੀ ਗੱਲ ਮਾਰਕੀਟਿੰਗ ਦੀ ਆਉਂਦੀ ਹੈ। ਜਦੋਂ ਆਪਾਂ ਇਹ 'ਚ ਮੁਨਾਫਾ ਕੱਢਣਾ ਆ, ਜੇ ਅਗਰ ਆਪਾਂ ਆਪ ਮਾਰਕੀਟਿੰਗ ਕਰਦੇ ਆ, ਮੈਂ ਜਦੋਂ ਪਹਿਲਾਂ ਸੀਗਾ ਵਡਾਲਾ ਸਾਹਿਬ, ਉਦੋਂ ਸਿਆਸਤ ਵਿੱਚ ਐਕਟਿਵ ਸੀਗੇ ਤੇ ਅਸੀਂ ਵੀ ਆਪਣੇ ਹੱਥੀਂ ਬਾਗ 2 ਵਾਰੀ ਤੋੜਿਆ। ਬੜਾ ਮੁਸ਼ਕਿਲ ਬੜਾ ਹੁੰਦਾ, ਗਰਮੀ ਬੜੀ ਹੁੰਦੀ ਨਾ ਦਿਨਾਂ 'ਚ ਹੁੰਦਾ, ਹੁੰਮ ਬਹੁਤ ਹੁੰਦਾ, ਮੀਂਹ ਵੀ ਪੈਂਦੇ ਨੇ ਤੇ ਲੇਕਿਨ ਸਾਡਾ ਮਨ ਸੀਗਾ ਤੋੜ ਕੇ ਦੇਖਣਾ। 2 ਸਾਲ ਅਸੀਂ ਆਪ ਤੋੜਿਆ, ਸਾਰੇ ਇੰਡੀਆ 'ਚ ਅਸੀਂ ਭੇਜਿਆ, ਮਾਰਕੀਟਾਂ ਵਿੱਚ ਵੱਖਰੇ ਵੱਖਰੇ ਸ਼ਹਿਰਾਂ 'ਚ ਭੇਜਿਆ। ਲੇਕਿਨ ਜੇ ਅਗਰ ਕਿਸਾਨ ਇਹਨੂੰ ਆਪ ਇਹਦੀ ਤੜਾਈ ਕਰਕੇ ਤੇ ਇਹਦੀ ਮਾਰਕੀਟ ਕਰੇ ਤਾਂ ਉਹਨੂੰ ਡੇਢੇ ਤੋਂ ਦੁੱਗਣਾ ਫਾਇਦਾ ਹੋ ਸਕਦਾ ਆ। ਸੋ ਇਹ ਕੋਈ ਆਪਣੇ ਘਾਟੇ ਵਾਲਾ ਧੰਦਾ ਨਹੀਂਗਾ, ਪਰ ਇਹਦੇ ਵਿੱਚ ਇੱਕ ਤਾਂ ਵੇਟ ਕਰਨੀ ਪੈਂਦੀ ਆ, ਵੇਟਿੰਗ ਪੀਰੀਅਡ ਆ। ਦੂਸਰਾ, ਜੇ ਅਗਰ ਆਪਾਂ ਆਪ ਮਾਰਕੀਟ ਕਰਦੇ ਆ ਤਾਂ ਫਿਰ ਤਾਂ ਆਪਣੇ ਬਹੁਤ ਫਾਇਦਾ। ਹੁਣ ਸਾਨੂੰ, ਅਸੀਂ ਪਿੱਛੇ ਜੇ ਉੱਥੇ ਲੱਗਾ ਸੀਗਾ ਐਗਜ਼ੀਬਿਸ਼ਨ ਦਿੱਲੀ ਵਿੱਚ, ਜਿਹੜਾ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਨੇ ਲਾਇਆ ਸੀਗਾ, ਸਾਨੂੰ ਦੁਬਈ ਦੀਆਂ ਕੰਪਨੀਆਂ ਮਿਲੀਆਂ, ਅਬੂ ਧਾਬੀ ਦੀਆਂ ਕੰਪਨੀਆਂ ਮਿਲੀਆਂ। ਤੁਸੀਂ ਹੈਰਾਨ ਹੋਵੋਗੇ ਕਿ ਆਪਣਾ ਪਾਕਿਸਤਾਨ ਦਾ ਬਾਰਡਰ ਨਹੀਂ ਖੁੱਲ ਰਿਹਾ ਕਰਕੇ, ਚਲੋ ਹਾਲਾਤ ਇਦਾਂ ਦੇ ਨੇ ਤੇ ਹੁਣ ਤਾਂ ਚਲੋ ਕਰੋਨਾ ਵਾਇਰਸ ਚੱਲ ਰਿਹਾ। ਉਹ ਦੁਬਈ ਤੇ ਅਬੂ ਧਾਬੀ ਦੀਆਂ ਕੰਪਨੀਆਂ ਕਹਿੰਦੀਆਂ ਕਿ ਸਾਨੂੰ ਤੁਸੀਂ ਨਾਸ਼ਪਤੀ ਦਿਓ, ਅਸੀਂ ਤੁਹਾਡੀ ਨਾਸ਼ਪਤੀ ਬਗੂ ਗੋਸ਼ਾ ਅਸੀਂ ਲੈ ਕੇ ਜਾਵਾਂਗੇ, ਅਬੂ ਧਾਬੀ ਦੁਬਈ ਲੈ ਕੇ ਜਾਵਾਂਗੇ, ਡਿਮਾਂਡ ਹੈਗੀ ਉੱਥੇ। ਹੋਰ ਵੀ ਸਾਨੂੰ ਕਹਿੰਦੇ ਕਿੰਨੂ ਦਿਓ, ਚਲੋ ਇੱਥੇ ਕਿੰਨੂ ਨਹੀਂ ਹੁੰਦਾ, ਹੁਸ਼ਿਆਰਪੁਰ ਅਬੋਹਰ ਹੁੰਦਾ ਆ, ਜਾਂ ਹੋਰ ਫਲਾਂ ਦੀ ਉਹਨਾਂ ਦੀ ਸੀਗੀ ਦਿਲਚਸਪੀ, ਪਰ ਅਸੀਂ ਕਿਹਾ ਸਾਡੇ ਕੋਲ ਨਾਸ਼ਪਤੀ ਦਾ ਬਾਗ ਆ। ਉਹ ਕਹਿੰਦੇ ਅਸੀਂ ਨਾਸ਼ਪਤੀ ਤੁਹਾਡੀ ਦੁਬਈ ਲੈ ਕੇ ਜਾ ਸਕਦੇ ਹਾਂ, ਸਾਡੇ ਨਾਲ ਕੰਟਰੈਕਟ ਕਰੋ। ਸੋ ਜਿਹੜੇ ਉਦਮੀ ਕਿਸਾਨ ਜਾਂ ਜਿਹੜੇ ਪ੍ਰੋਗਰੈਸਿਵ ਫਾਰਮਰਸ ਨੇ, ਅਗਰ ਉਹ ਇਦਾਂ ਦਾ ਉਪਰਾਲਾ ਕਰਨ ਤਾਂ ਫਿਰ ਬਹੁਤ ਜ਼ਿਆਦਾ ਉਹਨਾਂ ਨੂੰ ਇਹਦਾ ਬੈਨੀਫਿਟ, ਇਹਦਾ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ। ਤੁਸੀਂ ਪਾਕਿਸਤਾਨ ਦਾ ਜ਼ਿਕਰ ਕੀਤਾ, ਬਾਰਡਰ ਬੰਦ ਆ, ਜੇ ਐਕਸਪੋਰਟ ਹੁੰਦਾ ਪਾਕਿਸਤਾਨ, ਪਹਿਲਾਂ ਐਕਸਪੋਰਟ ਹੁੰਦਾ ਸੀਗਾ ਇੱਥੋਂ ਮਾਲ? ਇਹਦਾ ਜੀ ਆਪਣੇ ਪਾਕਿਸਤਾਨ ਦੇ ਨਾਲ ਤਾਂ ਕਈ ਆਈਟਮਸ ਤਾਂ ਐਕਸਪੋਰਟ ਹੁੰਦੀਆਂ, ਪਰ ਸਾਰੀਆਂ ਆਈਟਮਸ ਨਹੀਂ ਖੋਲੀਆਂ ਇੰਡੀਆ ਨੇ। ਉਹਦੇ ਵਿੱਚ ਕਈ ਆਪਣੀ ਹੈਗੀਆਂ ਆ ਜਿਹੜੀਆਂ ਉਹ ਲਿਸਟਡ ਨਹੀਂ ਗਈਆਂ। ਜਿਹੜੇ ਲਿਸਟਡ ਆ ਉਹਨਾਂ ਦੀ ਹੀ ਐਕਸਪੋਰਟ ਹੁੰਦੀ ਆ ਤੇ ਜਿਹੜੀਆਂ ਨਹੀਂ ਲਿਸਟਡ ਉਹਨਾਂ ਦੀ ਐਕਸਪੋਰਟ ਨਹੀਂ ਹੁੰਦੀ। ਉਹ ਤਾਂ ਹਾਲਾਤਾਂ ਤੇ ਡਿਪੈਂਡ ਕਰਦਾ ਜਾਂ ਡਿਮਾਂਡ ਤੇ ਡਿਪੈਂਡ ਕਰਦਾ। ਤੇ ਪਰ ਫਲ ਪਾਕਿਸਤਾਨ ਨੂੰ ਨਹੀਂ ਜਾਂਦਾ। ਅਗਰ ਪਾਕਿਸਤਾਨ ਰਾਹੀਂ ਫਲ ਜਾਵੇ ਤਾਂ ਫਿਰ ਇਹ ਦੁਬਈ ਜਾਣਾ ਬਹੁਤ ਸੌਖਾ ਆ ਤੇ ਫਿਰ ਇਹਦਾ ਕਿਸਾਨਾਂ ਨੂੰ ਹੋਰ ਵੀ ਇਹਦਾ ਲਾਭ ਹੋ ਸਕਦਾ। ਤਾਂ ਹੀ ਆਪਾਂ ਮੰਗ ਕਰਦੇ ਆ ਕਿ ਪਾਕਿਸਤਾਨ ਦਾ ਜਿਹੜਾ ਆਪਣਾ ਬਾਰਡਰ ਆ ਪੰਜਾਬ ਦਾ, ਉਹ ਵਪਾਰ ਵਾਸਤੇ ਖੋਲਣਾ ਚਾਹੀਦਾ। ਵਪਾਰ ਵਾਸਤੇ, ਜੇ ਵਪਾਰ ਵਾਸਤੇ ਖੋਲੇ, ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਮਿਡਲ ਈਸਟ ਆ, ਖਾੜੀ ਦੇ ਮੁਲਕ ਸਾਰੇ ਆਪਾਂ ਨੂੰ ਮਿਲਦੇ ਆ। ਤੇ ਪਰ ਉਹ ਹਜੇ ਚਲੋ ਕਦੇ ਸਮਾਂ ਗੁਰੂ ਸਾਹਿਬ ਕਿਰਪਾ ਕਰਨਗੇ, ਉਹ ਸਮਾਂ ਆਊਗਾ ਜਦ ਕਿ ਆਪਣਾ ਇਹ ਟ੍ਰੇਡ ਵੀ ਖੁੱਲਾ ਹੋਵੇ, ਆਪਾਂ ਵੀ ਆਈਏ ਜਾਈਏ, ਤਾਂ ਕਿ ਸ਼ਾਂਤੀ ਆਪਣੇ ਸਾਰੇ ਮੁਲਕਾਂ ਵਿੱਚ ਇਦਾਂ ਹੀ ਸਦਾ ਵਾਸਤੇ ਕਾਇਮ ਰਹਿ ਸਕੇ। ਦਿੱਕਤਾਂ ਕੀ ਆਈਆਂ ਵਡਾਲਾ ਸਾਹਿਬ? ਸ਼ੁਰੂਆਤੀ ਦਿਨਾਂ ਦੇ ਵਿੱਚ ਵੀ ਦਿੱਕਤਾਂ ਤਾਂ ਬਹੁਤ ਆਈਆਂ ਹੋਣੀਆਂ, ਜਦੋਂ ਬੰਦਾ ਕੋਈ ਥੋੜਾ ਜਲਦੀ ਤੋਂ ਹਟ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦਾ। ਸ਼ੁਰੂਆਤੀ ਦਿਨਾਂ ਦੇ ਵਿੱਚ ਕੀ ਦਿੱਕਤਾਂ ਆਈਆਂ ਤੇ ਉਹ ਕਵਰ ਕਿਵੇਂ ਹੋਈਆਂ, ਤੇ ਹੁਣ ਦੇ ਦਿਨਾਂ ਦੇ ਵਿੱਚ ਕੀ ਦਿਕਤਾਂ ਆ ਰਹੀਆਂ? ਬਿਲਕੁਲ, ਬੜਾ ਸਹੀ ਸਵਾਲ ਹੈ ਤੁਹਾਡਾ ਇਹ ਵੀ ਜੀ। ਸ਼ੁਰੂ ਵਿੱਚ ਦਿੱਕਤ ਇਹ ਆਉਂਦੀ ਆ ਕਿ ਆਪਣੀ ਜਿਹੜੀ ਫਸਲ, ਜਿਹੜੀ ਜ਼ਮੀਨ ਆ, ਜ਼ਮੀਨ ਰੁਕ ਜਾਂਦੀ ਆ ਜੀ। ਜ਼ਮੀਨ ਰੁਕਣ ਦੇ ਨਾਲ ਆਪਣੀ ਫਸਲ ਦੀ ਪੈਦਾਵਾਰ ਘਟ ਜਾਂਦੀ ਆ। ਹੁਣ ਅਸੀਂ ਤੁਹਾਨੂੰ ਦੱਸਿਆ ਸਾਰਾ ਬਾਗ ਲਾਤਾ, ਜਿੰਨੀ ਜ਼ਮੀਨ ਸੀ ਵਡਾਲਾ ਸਾਹਿਬ ਨੇ ਇੱਕ ਵੱਡੇ ਲਾਤਾ, ਬਿਕੋਜ਼ ਐਕਟਿਵ ਸੀਗੇ, ਅਸੀਂ ਪੜ੍ਹਦੇ ਹੁੰਦੇ ਸੀਗੇ। ਫਿਰ ਖੇਤੀ ਕਰਨੀ ਬੜੀ ਔਖੀ ਆ। ਖੇਤੀ ਮਤਲਬ ਹੁੰਦੀ ਤਾਂ ਹੈ, 3-4 ਸਾਲ ਖੇਤੀ ਕਰ ਸਕਦੇ ਆ, ਪਰ ਯੂਨੀਵਰਸਿਟੀ ਵਾਲੇ ਇਹ ਆਪਣੇ ਐਡਵਾਈਸ ਕਰਦੇ ਆ, ਰਿਕਮੈਂਡ ਕਰਦੇ ਆ ਕਿ ਬਾਗਾਂ ਦੇ ਵਿੱਚ ਖੇਤੀ ਨਾ ਕਰੋ। ਇਹਨੂੰ ਸਿਰਫ ਥੋੜਾ ਬਹੁਤਾ ਇਹਨੂੰ ਆਪਣੇ ਇਹਦੀ ਵਾਹੋ ਇਹਨੂੰ, ਤਾਂ ਕਿ ਜਿਹੜਾ ਕੱਖ ਨਾ ਹੋਵੇ, ਘਾਹ ਨਾ ਜ਼ਿਆਦਾ ਹੋਵੇ। ਅਦਰਵਾਈਜ਼ ਇਹਨੂੰ ਜ਼ਮੀਨ ਨੂੰ ਐਵੇਂ ਜਿਵੇਂ ਰੱਖੋ, ਇਹ ਜੜ੍ਹਾਂ ਨਾ ਛੇੜੋ। ਅਗਰ ਜੜ੍ਹਾਂ ਛੇੜਦੇ ਆ ਤੇ ਬੂਟੇ ਤੇ ਅਸਰ ਪੈਂਦਾ ਉਸਦਾ, ਜੇ ਆਪਾਂ ਜੜ੍ਹਾਂ ਨੂੰ ਵੱਢਦੇ ਆ ਜਾਂ ਛੇੜਦੇ ਆ। ਪਰ ਕਰਕੇ ਕਿਸਾਨ ਨੂੰ ਆਪਣੇ ਆਮਦਨ ਚਾਹੀਦੀ ਹੁੰਦੀ ਆ, ਤੇ ਕਿਸਾਨ ਸਾਰੇ ਖੇਤੀ ਵੀ ਕਰਦੇ ਇਹਦੇ ਵਿੱਚ। ਸੋ ਜਿਹੜਾ ਤੁਹਾਡਾ ਸਵਾਲ ਸੀ, ਪਹਿਲਾਂ ਜਦੋਂ ਬਾਗ ਲਾਇਆ ਉਦੋਂ ਕਾਫੀ ਸਾਨੂੰ ਪ੍ਰੋਬਲਮ ਆਈ, ਕਰਕੇ ਖੇਤੀ ਦੇ ਵਿੱਚ ਇੱਕਦਮ ਖੜੋਤ ਆ ਗਈ, ਰੁਕਾਵਟ ਆ ਗਈ ਖੇਤੀ 'ਚ। ਪਰ ਲਾਇਆ ਸੀਗਾ, ਫਿਰ ਸਾਨੂੰ ਚੱਲਣਾ ਪਿਆ। ਫਿਰ ਅਸੀਂ ਚਲੋ ਆਪਣੇ ਇਹਨੂੰ ਕਰਦੇ ਰਹੇ, ਸੇਵਾ ਕਰਦੇ ਰਹੇ, ਪਾਲਦੇ ਰਹੇ। ਤਾਂ ਜਦੋਂ ਫਲ ਗਿਆ, ਫਿਰ ਪਹਿਲਾਂ ਇਹਦਾ ਕਾਫੀ ਇਹਦਾ ਮੁੱਲ ਘੱਟ ਸੀ, ਪਰ ਹੌਲੀ ਟਾਈਮ ਦੇ ਨਾਲ ਮਾਰਕੀਟ ਇਹਦੀ ਡਿਵੈਲਪ ਹੋ ਗਈ। ਤੇ ਇੰਡੀਆ ਵਿੱਚ ਵੀ ਇਦਾਂ ਫਰੂਟ ਦੀ ਹੁਣ ਜਿਹੜੀ ਮਾਰਕੀਟ ਬਹੁਤ ਐਕਸਪੈਂਡ ਕਰ ਗਈ ਆ। ਹਰ ਬੰਦਾ ਕਹਿੰਦਾ ਮੈਂ ਫਰੂਟ ਖਾਣਾ ਆ, ਚਾਹੇ ਕੋਈ ਵਿਚਾਰਾ ਮਜ਼ਦੂਰ ਆ ਜਾਂ ਕੋਈ ਆਪਣੇ ਮੱਧਮ ਵਰਗ ਦਾ ਆ, ਉਹ ਸਾਰੇ ਕਹਿੰਦੇ ਸਾਨੂੰ ਫਲ ਅਸੀਂ ਆਪਣੇ ਆਪ ਵੀ ਖਾਣਾ, ਬੱਚਿਆਂ ਨੂੰ ਖਿਲਾਉਣਾ। ਸੋ ਹੁਣ ਫਰੂਟ ਦੀ ਡਿਮਾਂਡ ਵਧਣ ਦੇ ਨਾਲ ਇਹਦਾ ਵੀ ਜਿਹੜਾ ਹੈਗਾ ਆਪਣੇ ਮੁੱਲ ਵੱਧ ਗਿਆ। ਇਹਦੀ ਮਾਰਕੀਟ ਜ਼ਿਆਦਾ ਹੈਗੀ ਆ, ਹੁਣ ਐਕਸਪੈਂਡ ਕਰ ਗਈ। ਤੇ ਇਹਦਾ ਜਿਹੜਾ ਉਹਦਾ ਫਾਇਦਾ ਉਹ ਕਿਸਾਨ ਨੂੰ ਜ਼ਰੂਰ ਸਮੇਂ ਬਾਅਦ ਹੋਇਆ।
ਸੋ ਦਿੱਕਤਾਂ ਬਹੁਤ ਸੀਗੀਆਂ ਪਹਿਲਾਂ, ਪਰ ਇਹ ਦਿੱਕਤਾਂ ਬਾਗਾਂ ਵਾਲਿਆਂ ਨੂੰ ਆਉਣੀਆਂ ਹੀ ਆ। ਇਹ ਆਪਣਾ ਕੌੜਾ ਕੁੱਟ ਭਰ ਕੇ ਬਾਗ ਲੱਗਦੇ ਆ, ਜਾਂ ਫਿਰ ਥੋੜਾ ਥੋੜਾ ਕਰਕੇ ਆਪਣੇ ਲਾਉਣੇ ਚਾਹੀਦੇ ਆ। ਤੇ ਨਹੀਂ ਫਿਰ ਜੇ ਸਾਰੇ ਬਾਗ ਆਪਣੇ ਉਹ ਜ਼ਮੀਨ 'ਚ ਬਾਗ ਲਾਉਣਾ ਆ, ਫਿਰ ਆਪਾਂ ਨੂੰ ਕੌੜਾ ਕੁੱਟ ਭਰਨਾ ਪੈਂਦਾ ਆ। ਬਰਾਲਾ ਸਾਹਿਬ, ਲੋਕਲ ਲੈਵਲ ਤੇ ਮਾਰਕੀਟਿੰਗ ਮੇਰੇ ਖਿਆਲ ਬਹੁਤ ਹੀ ਚੰਗੀ ਹੈ ਨਹੀਂਗੀ, ਇੱਥੋਂ ਦੂਸਰੇ ਰਾਜਾਂ ਨੂੰ ਭੇਜਣਾ ਪੈਂਦਾ ਹੋਣਾ। ਜੇ ਲੋਕਲ ਲੈਵਲ ਤੇ ਪੰਜਾਬ ਦੇ ਵਿੱਚ ਮਾਰਕੀਟ ਡਿਵੈਲਪ ਹੋ ਜਾਏ ਤਾਂ ਐਕਸਪੋਰਟ ਵੀ ਹੋਣਾ ਸ਼ੁਰੂ ਹੋ ਜਾਏ ਤਾਂ ਫਿਰ ਤਾਂ ਕਿਸਾਨਾਂ ਨੂੰ ਫਾਇਦਾ ਮਿਲੂਗਾ। ਹੋਰ ਦੇਖੋ ਬਹੁਤ ਵਧੀਆ, ਫਿਰ ਜੇ ਇੱਥੇ ਪ੍ਰੋਸੈਸਿੰਗ ਯੂਨਿਟ ਲੱਗ ਜਾਣ, ਇੱਥੇ ਆਪਣੇ ਫੈਕਟਰੀਆਂ ਲੱਗਣ, ਇਹਦਾ ਜੂਸ ਬਣਾਉਣ, ਇਹਦਾ ਪਲਪ ਕੱਢਣ ਤੇ ਇਹਦੇ ਮੁਰੱਬੇ ਬਣਨੇ ਦੇ, ਤੇ ਬਹੁਤ ਫਾਇਦਾ ਆ। ਫਿਰ ਆਪਾਂ ਕੱਲ ਲਈ ਇਹਨਾਂ ਦੂਰ ਜਾਣਾ, ਇਹਨਾਂ ਖਰਚਾ ਕਰਕੇ ਜਾਣਾ, ਟਰਾਂਸਪੋਰਟੇਸ਼ਨ ਦਾ ਖਰਚਾ, ਤੇ ਫਾਇਦਾ ਤਾਂ ਬੜਾ ਆ। ਤੇ ਪਰ ਇਹ ਵੀ ਹਜੇ ਲੋਕਲ ਲੈਵਲ ਤੇ ਉਹ ਜਿਹੜੀ ਹੈਗੀ ਮਾਰਕੀਟ ਨਹੀਂ ਡਿਵੈਲਪ ਨਹੀਂ ਹੋਈ। ਤੇ ਪਰ ਇਹ ਵੀ ਇਹਦੀ ਡਿਮਾਂਡ ਬੜੀ ਹੈ, ਲੋਕਲ ਲੈਵਲ ਤੇ ਡਿਮਾਂਡ ਹੈਗੀ ਆ। ਹੁਣ ਚਲੋ ਕੇਂਦਰ ਸਰਕਾਰ ਵੀ, ਸੂਬਾ ਸਰਕਾਰ ਵੀ ਕਰਦੀ ਹੈ, ਤਰਜੀਹ ਦਿੰਦੀ ਆ, ਪਰ ਉਹਨਾਂ ਨੂੰ ਐਗਰੋ ਬੇਸਡ ਜਾਂ ਜਿਹੜੇ ਹਾਰਟੀਕਲਚਰ ਬੇਸਡ ਯੂਨਿਟ ਲਾਉਣੇ ਚਾਹੀਦੇ ਆ, ਤਾਂ ਕਿ ਇਹਦਾ ਜੂਸ ਬਣੇ, ਇਹਦਾ ਪਲਪ ਕੱਢਿਆ ਜਾਵੇ, ਜਾਂ ਇਹਦਾ ਕੋਈ ਨਾ ਕੋਈ ਜਿਹੜਾ ਬਾਈ ਪ੍ਰੋਡਕਟ ਬਣ ਸਕੇ। ਆਪਾਂ ਇੱਧਰ ਵੀ ਬੜਾ ਜਿਹਾ ਝਾਤ ਮਾਰ ਲਈਏ। ਇੱਕ ਬੂਟੇ ਤੋਂ ਜੇ ਆਪਾਂ ਦੇਖੀਏ, ਮੈਂ ਚਾਹੂੰਗਾ ਕਿ ਤੁਸੀਂ ਦਿਖਾਓ, ਇੱਕ ਬੂਟੇ ਤੋਂ ਆਪਾਂ ਦੇਖੀਏ ਤਾਂ ਕਿੰਨਾ ਫਲ ਲੱਥਦਾ ਇੱਕ ਬੂਟੇ ਤੋਂ। ਜਿੱਦਾਂ ਵੈਸੇ ਤਾਂ ਅਲੱਗ-ਅਲੱਗ ਹੈ ਮੇਰੇ ਖਿਆਲ, ਫਲ ਵੀ ਜਿਹੜੇ ਰੁੱਖ ਆ ਉਹਨਾਂ ਨੂੰ ਵੱਖ-ਵੱਖ ਲੱਗਿਆ ਹੋਇਆ, ਜਿੱਦਾਂ ਕਿ ਕੁਆਲਿਟੀ ਦੇ ਹਿਸਾਬ ਦੇ ਨਾਲ ਵੀ ਫਰਕ ਹੈ ਇਹਨਾਂ ਦੇ ਵਿੱਚ, ਔਰ ਫਲ ਦੇ ਆਕਾਰ ਦੇ ਹਿਸਾਬ ਦੇ ਨਾਲ ਵੀ ਫਰਕ ਆ। ਫਲ ਲੱਥਦਾ ਕਿੰਨਾ ਐਸਟੀਮੇਟ ਦੇ ਤੌਰ ਤੇ ਗੱਲ ਕਰੀਏ ਤਾਂ ਇੱਕ ਰੁੱਖ ਤੋਂ? ਇਹਦਾ ਜੀ ਦੇਖੋ ਮੋਟਾ ਜਿਹਾ ਫੰਡਾ ਜੀ ਇਹਦਾ ਅਗਰ ਤੇ 1 ਕੁਇੰਟਲ ਫਲ ਨਿਕਲਦਾ ਇੱਕ ਬੂਟੇ ਤੋਂ, 1 ਕੁਇੰਟਲ, ਉਹਨੂੰ ਆਪਾਂ ਵਧੀਆ ਸਮਝਦੇ ਆ ਜੀ। ਸੋ 1 ਕੁਇੰਟਲ ਵੀ ਨਿਕਲ ਸਕਦਾ, ਉਹ ਤੋਂ ਵੱਧ ਵੀ ਨਿਕਲ ਸਕਦਾ। ਕਈ ਵਾਰੀ ਹਨੇਰੀਆਂ ਆਉਂਦੀਆਂ, ਝੜ ਜਾਂਦਾ ਆ। ਫਿਰ ਇਹ ਬਹੁਤ ਜ਼ਿਆਦਾ ਕੁਦਰਤ ਤੇ ਬੜਾ ਨਿਰਭਰ ਕਰਦੇ ਆ। ਇਹ ਦੇਖੋ ਬਾਗ ਕੁਦਰਤ ਤੇ ਵੀ ਬਹੁਤ ਆਪਣੇ ਹੈਗਾ, ਇਹਨਾਂ ਦਾ ਭਵਿੱਖ ਕੁਦਰਤ ਦੇ ਹੱਥ ਵਿੱਚ ਕਰਕੇ। ਜੋ ਹਨੇਰੀਆਂ ਜ਼ਿਆਦਾ ਆਉਂਦੀਆਂ ਆ, ਫਿਰ ਕੋਈ ਆਪਣਾ ਇਹਨੂੰ ਕੋਈ ਆਪਾਂ ਇਹਦਾ ਨੁਕਸਾਨ ਰੋਕ ਨਹੀਂ ਸਕਦੇ, ਫਿਰ ਫਲ ਡਿੱਗਦਾ ਬਹੁਤ ਆ। ਜੇ ਹਨੇਰੀਆਂ ਘੱਟ ਆਉਣ ਤਾਂ ਫਲ ਘੱਟ ਡਿੱਗਦਾ, ਜੇ ਮੀਂਹ ਜ਼ਿਆਦਾ ਪਵੇ, ਬਰਸਾਤ ਹੋਵੇ ਤਾਂ ਫਲ ਮੋਟਾ ਹੋ ਜਾਂਦਾ ਆ। ਸੋ ਪਰ ਇਹਦਾ ਜਿਹੜਾ ਚੰਗਾ ਝਾੜ ਆ ਇੱਕ ਬੂਟੇ ਦਾ, ਆਪਾਂ ਦੇਖ ਸਕਦੇ ਹਾਂ ਤਾਂ ਜਿਹੜਾ ਆਪਣੇ ਯੂਨੀਵਰਸਿਟੀ ਵੀ ਜਿਹੜਾ ਰਿਕਮੈਂਡ ਕਰਦੀ ਆ, ਜਾਂ ਜਿਹੜੀ ਯੂਨੀਵਰਸਿਟੀ ਵੀ ਆਪਣੇ ਦਿੰਦੀ ਆਪਾਂ ਨੂੰ ਐਡਵਾਈਸ, ਉਹ ਕੁਆਂਟਲ ਤੋਂ ਲੈ ਕੇ ਆਪਣੇ ਉੱਪਰ ਜਿੰਨਾ ਵੀ ਹੋ ਜਾਵੇ ਚੰਗਾ ਆ। ਸੋ ਇੱਕ ਬੂਟੇ ਦਾ 1 ਕੁਆਂਟਲ ਜ਼ਰੂਰ ਆਪਣੇ ਫਲ ਨਿਕਲਣਾ ਚਾਹੀਦਾ। ਸਰਕਾਰੀ ਪੱਧਰ ਤੇ ਕੀ ਸਪੋਰਟ ਕਰਦੀ ਹੈ ਗਵਰਨਮੈਂਟ? ਸਰਕਾਰੀ ਪੱਧਰ ਤੇ ਤਾਂ ਕੁਝ ਨਹੀਂ। ਹੁਣ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਆਪਣੇ ਵਿਕਰਮ ਸਿੰਘ ਜੀ, ਤੁਹਾਡੇ ਜਗਬਾਣੀ ਟੀਵੀ ਰਾਹੀਂ, ਕਿ ਅਸੀਂ 3-4 ਦਿਨ ਪਹਿਲਾਂ ਬਾਦਲ ਪਿੰਡ ਗਏ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਣ, ਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ, ਭੈਣ ਜੀ ਨੂੰ ਮਿਲਣ। ਉਹਨਾਂ ਨੇ ਬਹੁਤ ਵਧੀਆ ਸਕੀਮ ਇੱਕ ਦਿੱਤੀ ਆ, ਦੱਸੀ ਆ। ਅਸੀਂ ਉਹਨੂੰ ਸਾਰਿਆਂ ਨੂੰ, ਹੁਣ ਉਸ ਸਕੀਮ ਨੂੰ ਸਾਰੇ ਕਿਸਾਨਾਂ ਤੱਕ ਪਹੁੰਚਾ ਰਹੇ ਆ। ਕਿ ਉਹਨਾਂ ਨੇ ਕਿਹਾ ਵੀ ਜੇ ਆਪਾਂ ਕੋਈ ਫਲ ਆਪਣਾ ਲੈ ਕੇ ਜਾਣਾ, ਕੋਈ ਸਬਜ਼ੀ ਲੈ ਕੇ ਜਾਣੀ ਆ, ਜਿਵੇਂ ਹੁਣ ਬਾਗ ਟੁੱਟਣ ਲੱਗਾ ਆ, ਤੁਸੀਂ ਦੇਖਿਆ ਤੋੜ ਰਿਹਾ ਬਾਗ, ਇਹਨਾਂ ਨੇ ਮੁੰਬਈ ਲਿਆਣਾ, ਕਲਕੱਤਾ ਲਿਆਣਾ, ਜਾਂ ਚੇਨਈ ਲਿਆਣਾ, ਜਾਂ ਬੈਂਗਲੌਰ, ਇੱਥੇ ਲੈ ਕੇ ਜਾਣਾ, 50% ਸਬਸਿਡੀ ਆ ਟਰਾਂਸਪੋਰਟੇਸ਼ਨ ਤੇ। ਠੀਕ ਹੈ। ਇੱਕ ਖੇਤ ਵਿੱਚੋਂ ਜੇ ਆਪਾਂ ਇਹਨੂੰ ਸਹਿਜੇ ਤੌਰ ਤੇ ਮੋਟਾ ਅੰਦਾਜ਼ਾ ਲਾਈਏ, ਨਾਸ਼ਪਤੀ ਆਪਾਂ ਲੈ ਕੇ ਜਾਣੀ ਆ, ਤੇ ਤਕਰੀਬਨ ਇੱਕ ਖੇਤ ਦਾ ਜਿਹੜਾ ਭਾੜਾ ਆ 50,000 ਤੋਂ ਵੱਧ ਹੋਊਗਾ। ਇੱਕ ਖੇਤ ਦਾ ਲੱਖ ਵੀ ਹੋ ਸਕਦਾ, ਦੂਰ ਲੈ ਕੇ ਜਾਣਾ ਆ। ਸੋ ਜੇ 50% ਸਬਸਿਡੀ ਸਰਕਾਰ ਦੇ ਰਹੀ ਆ, ਉਹਦਾ ਬਹੁਤ ਫਾਇਦਾ ਹੋਣਾ ਕਿਸਾਨ ਨੂੰ। ਅਗਲੀ ਗੱਲ ਉਹਨਾਂ ਨੇ ਨਾਲ ਇਹ ਆਖੀ ਆ ਕਿ ਆ ਜੂਨ ਤੋਂ ਲੈ ਕੇ ਦਸੰਬਰ ਤੱਕ ਸਕੀਮ ਆ 500 ਕਰੋੜ ਦੀ, 50% ਸਬਸਿਡੀ ਸਟੋਰੇਜ ਤੇ ਵੀ ਆ। ਜਿੱਦਾਂ ਉਹਨਾਂ ਨੇ ਸਟੋਰੇਜ ਕਰਨਾ, ਵਪਾਰੀਆਂ ਨੇ ਉੱਥੇ ਕਲਕੱਤੇ ਸਟੋਰ ਕਰਦੇ ਜਾ ਕੇ, ਜਾਂ ਦਿੱਲੀ ਸਟੋਰ ਕਰਦੇ ਆ, ਜਿਹੜਾ ਇਹਨਾਂ ਦਾ ਸਟੋਰ ਦਾ ਖਰਚਾ ਆ ਉਹ ਵੀ 50% ਕੇਂਦਰ ਸਰਕਾਰ ਨੇ ਦੇਣਾ। ਇਹ ਕੇਂਦਰ ਸਰਕਾਰ ਆ ਜਿਹੜੀ ਆਪਣੇ COVID-19 ਦੇ ਦੌਰਾਨ, ਕਰੋਨਾ ਦੇ ਦੌਰਾਨ, ਜਿਹੜਾ ਉਹਨਾਂ ਨੇ ਖੇਤੀਬਾੜੀ ਵਾਸਤੇ ਪੈਕੇਜ ਜਿਹੜਾ ਆਪਣੇ ਉਹਨਾਂ ਨੇ ਐਲਾਨ ਕੀਤਾ ਆ, ਉਸ ਪੈਕੇਜ ਵਿੱਚ ਆ ਕਿ ਦੋਹਾਂ ਕੰਮਾਂ ਵਾਸਤੇ, ਟਰਾਂਸਪੋਰਟੇਸ਼ਨ ਐਂਡ ਸਟੋਰੇਜ ਵਾਸਤੇ 50% ਸਬਸਿਡੀ ਆ। ਉਹਦਾ ਮੈਂ ਸਮਝਦਾ ਨਾਸ਼ਪਤੀ ਦੇ ਆਪਣੇ ਜਿਹੜੇ ਹੈਗੇ ਬਾਗਬਾਨ ਨੂੰ, ਕਿੰਨੂ ਦੇ ਬਾਗਬਾਨਾਂ ਨੂੰ, ਜਾਂ ਆਪਣੇ ਅਮਰੂਦਾਂ ਦੇ ਬਾਗਬਾਨਾਂ ਨੂੰ, ਜਾਂ ਹੋਰ ਵੀ ਜਿਹੜਾ ਕੋਈ ਫਲ ਆ, ਪਪੀਤਾ ਵੀ ਲੱਗਦਾ ਆ, ਬੇਰ ਵੀ ਲੱਗਦੇ ਨੇ, ਔਲਾ ਵੀ ਲੱਗਦਾ ਆ, ਤੇ ਸਾਰਿਆਂ ਨੂੰ ਬਹੁਤ ਫਾਇਦਾ। ਤੇ ਉਹ ਜਿਹੜਾ ਆਪਣਾ ਲੈ ਕੇ ਜਾਣਗੇ ਉੱਥੇ, ਉਹਨਾਂ ਨੂੰ ਅੱਧੀ ਸਬਸਿਡੀ ਮਿਲਣੀ ਆ ਫਰੇਟ ਤੇ ਸਟੋਰੇਜ ਤੇ। ਐਵੇਂ ਸਬਜ਼ੀਆਂ ਵਾਸਤੇ ਵੀ ਦੇ ਹੈਗਾ, ਪਰ ਇਹ ਕੇਂਦਰ ਸਰਕਾਰ ਦੀ ਹੁਣ ਸਕੀਮ ਆਈ ਆ, ਜਿਹੜੀ ਪਿਛਲੇ ਮਹੀਨੇ 11 ਜੂਨ ਤੋਂ ਸ਼ੁਰੂ ਹੋਈ ਆ।
ਜਦੋਂ ਬਾਗਬਾਨੀ ਕਿਸੇ ਨੇ ਕਰਨੀ ਸ਼ੁਰੂ ਕਰਨੀ ਹੋਵੇ ਵਡਾਲਾ ਸਾਹਿਬ, ਉਦੋਂ ਸਰਕਾਰ ਕੀ ਮਦਦ ਕਰਦੀ ਹੈ? ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਕਿਸਾਨ ਵੀ ਆ, ਉਹ ਪਿੰਡਾਂ ਵਾਲੇ ਲੋਕ ਇਹ ਕਹਿੰਦੇ ਆ ਕਿ ਜੀ ਜਿਹੜੇ ਸਪੋਰਟ ਮਿਲਦੀ ਹੈ ਵੱਡੇ ਕਿਸਾਨ ਆ ਜਾਂ ਫਿਰ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਦੇ ਜਾਂ ਫਿਰ ਐਗਰੀਕਲਚਰ ਡਿਪਾਰਟਮੈਂਟ ਦੇ ਅਫਸਰਾਂ ਦੇ ਟੱਚ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਤਾਂ ਮਦਦ ਮਿਲ ਜਾਂਦੀ ਆ, ਜਾਂ ਫਿਰ ਜਿਹੜੇ ਵੱਡੇ ਕਿਸਾਨ ਆ। ਪਰ ਜਿਹੜੇ ਛੋਟੇ-ਮੋਟੇ ਕਿਸਾਨ ਆ, ਜਿਹੜੇ ਸ਼ੁਰੂ ਕਰਨਾ ਚਾਹੁੰਦੇ ਆ, ਜਾਂ ਨਵੇਂ ਕਿਸਾਨ ਆ ਜਿਹੜੇ ਇਸ ਪਾਸੇ ਨਵੇਂ ਆਉਣਾ ਚਾਹੁੰਦੇ ਆ, ਉਹਨਾਂ ਨੂੰ ਕੋਈ ਬਹੁਤਾ ਸਪੋਰਟ ਨਹੀਂ ਕਰਦੀ ਗਵਰਨਮੈਂਟ, ਤੇ ਨਾ ਹੀ ਅਫਸਰ ਸਪੋਰਟ ਕਰਦੇ। ਬਿਲਕੁਲ ਸਹੀ ਆਖਿਆ ਜੀ। ਦੇਖੋ, ਜਿਹੜਾ ਛੋਟਾ ਆਪਣੇ ਲੈਂਡ ਹੋਲਡਿੰਗ ਵਾਲਾ ਕਿਸਾਨ ਹੈ, ਜੇ ਕੋ ਜ਼ਮੀਨ 5 ਏਕੜ ਆ, 7 ਏਕੜ ਆ, 10 ਏਕੜ ਆ, 12-15 ਏਕੜ ਵੀ ਕਹਿ ਲਓ, ਜਾਂ ਉਸ ਤੋਂ ਘੱਟ ਆ, ਉਹ ਕੀ ਬਾਗ ਲਾਊਗਾ ਕਰਕੇ? ਬਾਗ ਨੂੰ ਤਾਂ ਟਾਈਮ ਲੱਗਣਾ ਹੈ ਫਲ ਦੇਣ ਨੂੰ। ਸੋ ਸਰਕਾਰ ਉਹਨੂੰ ਕੋਈ ਸਪੋਰਟ ਨਹੀਂ ਕਰਦੀ। ਬਿਲਕੁਲ ਸਹੀ ਹੈ ਗੱਲ ਤੁਹਾਡੀ। ਕਿਸਾਨਾਂ ਦਾ ਵੀ, ਉਹਨਾਂ ਦਾ ਵਿਚਾਰਿਆਂ ਦਾ ਜਿਹੜਾ ਇਹ ਹੈਗਾ ਆ ਨਜ਼ਰੀਆ, ਸਹੀ ਆ। ਸਰਕਾਰ ਨੂੰ ਚਾਹੀਦਾ ਆ ਕਿ ਅਗਰ ਆਪਾਂ ਡਾਇਵਰਸੀਫਿਕੇਸ਼ਨ ਲਿਆਉਣੀ ਐਗਰੀਕਲਚਰ 'ਚ, ਪੰਜਾਬ ਦਾ ਪਾਣੀ ਬਚਾਉਣਾ ਆਪਾਂ, ਤੇ ਫਿਰ ਬਾਗਾਂ ਦਾ ਇੱਕ ਬਹੁਤ ਵਧੀਆ ਤਰੀਕਾ ਆ ਡਾਇਵਰਸੀਫਿਕੇਸ਼ਨ ਕਰਨ ਦਾ, ਫਸਲੀ ਆਪਣੇ ਚੱਕਰ ਨੂੰ ਚੇਂਜ ਕਰਨ ਦਾ। ਬਟ ਉਹਦੇ ਨਾਲ ਛੋਟਾ ਕਿਸਾਨ ਬਿਲਕੁਲ ਆਪਣੇ ਆਪ ਨੂੰ ਅਸਮਰੱਥ ਸਮਝਦਾ ਆ, ਉਹਦੇ ਕੋਲ ਕੈਪੈਸਿਟੀ ਹੈ ਨਹੀਂ ਗੀ ਇਹਨੂੰ ਸਸਟੇਨ ਕਰਨ ਵਾਸਤੇ ਬਾਗ ਲਾ ਕੇ। ਸੋ ਇਹ ਸਰਕਾਰਾਂ ਨੂੰ ਚਾਹੀਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਆਪਣੀ ਮਦਦ ਕੀਤੀ ਜਾਵੇ, ਤਾਂ ਕਿ ਉਹਨੂੰ ਉਹ ਇਨਕਰੇਜ ਹੋਵੇ, ਉਹ ਮਤਲਬ ਇਸ ਗੱਲ ਵੱਲ ਵੱਧ ਸਕੇ ਵੀ ਮੈਂ ਵੀ ਬਾਗ ਲਾ ਕੇ ਦੇਖ ਲਵਾਂ। ਸੋ ਤਾਂ ਹੀ ਕਹਿੰਦੇ ਵੀ ਇਹ ਜਿਹੜੇ ਆਪਣੇ ਜਿਨ੍ਹਾਂ ਕੋਲ ਲੈਂਡ ਹੋਲਡਿੰਗਸ ਹੈਗੀਆਂ ਆ, ਉਹ ਤਾਂ ਬਾਗ ਲਾ ਲੈਂਦੇ ਆ, ਜਾਂ ਜਿਨ੍ਹਾਂ ਦਾ ਹੋਰ ਕੋਈ, ਜਿਨ੍ਹਾਂ ਕੋਲ ਬਿਜ਼ਨਸ ਆ, ਹੋਰ ਕੋਈ ਕਮਾਈ ਦਾ ਸਾਧਨ ਆ, ਉਹ ਬਾਗ ਲਾ ਲੈਂਦੇ ਆ। ਅਦਰਵਾਈਜ਼ ਛੋਟੇ ਕਿਸਾਨ ਵਾਸਤੇ ਬਹੁਤ ਔਖਾ ਕਰਕੇ ਸਰਕਾਰ ਇਹਦੇ 'ਚ ਸ਼ੁਰੂ 'ਚ ਕੋਈ ਬਹੁਤੀ ਮਦਦ ਨਹੀਂ ਕਰਦੀ। ਠੀਕ ਹੈ, ਹਾਰਟੀਕਲਚਰ ਡਿਪਾਰਟਮੈਂਟ ਜਿਹੜਾ ਹੈਗਾ ਆ, ਉਹ ਆਪਾਂ ਨੂੰ ਗਾਈਡ ਕਰਦਾ ਆ, ਉਹ ਆਪਾਂ ਨੂੰ ਸਾਰਾ ਆਪਣੇ ਨਾ ਜਿਹੜੀਆਂ ਹੈਗੀਆਂ ਪੈਕੇਜ ਆਫ ਪ੍ਰੈਕਟਿਸਿਸ ਦੱਸਦਾ ਵੀ ਬੂਟਾ ਕਿਹੜਾ ਲਾਉਣਾ, ਕਦੋਂ ਲਾਉਣਾ, ਖਾਦ ਕਿੰਨੀ ਪਾਉਣੀ, ਸਪਰੇਅ ਕਦੋਂ ਕਰਨੀ, ਇਦਾਂ ਦੀ ਗੱਲਾਂ ਯੂਨੀਵਰਸਿਟੀ ਤੋਂ ਜਾਂ ਜਿਹੜਾ ਹੈਗਾ ਆਪਣੇ ਬਾਗਬਾਨੀ ਮਹਿਕਮੇ ਤੋਂ ਪ੍ਰਾਪਤ ਹੁੰਦੀਆਂ, ਪਰ ਕੋਈ ਮਦਦ ਨਹੀਂ ਬਹੁਤੀ ਆਪਣੇ ਛੋਟੇ ਕਿਸਾਨ ਨੂੰ ਮਿਲਦੀ ਇਹਦੇ ਵਿੱਚ। ਬੀਤੇ ਦਿਨ ਹੀ ਇੱਕ ਕਿਸਾਨ ਦਾ ਇੰਟਰਵਿਊ ਕੀਤਾ ਸੀਗਾ ਅਸੀਂ, ਉਹ ਕਹਿੰਦੇ ਕਿ ਜੀ ਅਸੀਂ ਝੋਨਾ ਛੱਡ ਕੇ ਮੱਕੀ ਉਗਾਉਣੀ ਸ਼ੁਰੂ ਕੀਤੀ ਸੀਗੀ। ਜਦੋਂ ਮੱਕੀ ਉਗਾਉਣੀ ਸ਼ੁਰੂ ਕੀਤੀ ਤਾਂ ਭਾਅ ਮਿਲਦਾ ਨਹੀਂ ਸਾਨੂੰ। ਉਸ ਤੋਂ ਬਾਅਦ ਅਸੀਂ 2 ਸਾਲ ਮੱਕੀ ਉਗਾਈ ਆ, ਕੁਛ ਕੁ ਹਜੇ ਵੀ ਉਗਾ ਰਹੇ ਨੇ ਉਹ, ਕਿਉਂਕਿ ਐਗਰੀਕਲਚਰ ਡਿਪਾਰਟਮੈਂਟ ਦੇ ਜੋ ਅਫਸਰ ਆ ਉਹਨਾਂ ਦੇ ਟੱਚ ਦੇ ਵਿੱਚ ਰਹਿੰਦੇ ਆ। ਉਹ ਕਹਿੰਦੇ ਕਿ ਸਾਨੂੰ ਸਰਕਾਰ ਵੱਲੋਂ ਤਾਂ ਕੋਈ ਮਦਦ ਮਿਲਦੀ ਨਹੀਂ, ਫਿਰ ਅਸੀਂ ਦੁਬਾਰਾ ਫਿਰ ਝੋਨੇ ਤੇ ਜਾ ਰਹੇ ਹਾਂ। ਤਾਂ ਫਿਰ ਜਦੋਂ ਸਰਕਾਰੀ ਪੱਧਰ ਤੇ ਸਪੋਰਟ ਹੀ ਨਹੀਂ ਮਿਲਦੀ, ਤਾਂ ਫਿਰ ਇਹ ਅਸੀਂ ਕਿੱਦਾਂ ਥੋਪ ਸਕਦੇ ਹਾਂ ਕਿ ਅਸੀਂ ਆਰਡਰ ਜਾਰੀ ਕਰਤੇ, ਜਾਂ ਫਿਰ ਅਸੀਂ ਨੋਟੀਫਿਕੇਸ਼ਨ ਜਾਰੀ ਕਰਤੀਆਂ, ਜਾਂ ਕਿਸਾਨਾਂ ਨੂੰ ਅਪੀਲ ਕਰਤੀ ਕਿ ਜੀ ਤੁਸੀਂ ਪਾਣੀ ਬਚਾਓ। ਪਰ ਇਕੱਲੇ ਕਿਸਾਨ ਹੀ ਕਿਉਂ ਜ਼ਿੰਮੇਦਾਰ? ਹਰ ਚੀਜ਼ ਲਈ ਕਿਸਾਨ ਨੂੰ ਜ਼ਿੰਮੇਦਾਰ ਠਹਿਰਾ ਦਿੱਤਾ ਜਾਂਦਾ, ਇਕੱਲਾ ਕਿਸਾਨ ਹੀ ਕਿਉਂ? ਸਰਕਾਰੀ ਪੱਧਰ ਤੇ ਮਦਦ ਮਿਲਦੀ ਨਹੀਂ ਉਹਨਾਂ ਨੂੰ ਕੋਈ? ਠੀਕ ਆਖਿਆ ਤੁਸੀਂ। ਦੇਖੋ, ਜਿਹੜੇ ਆਪਣੇ ਜ਼ਿਲ੍ਹੇ ਦੁਆਬੇ ਦੇ ਇੱਥੇ ਆਲੂ ਦੀ ਖੇਤੀ ਬਹੁਤ ਵੱਡੇ ਲੈਵਲ ਤੇ ਹੁੰਦੀ ਆ ਜੀ। ਸੀਡ ਪੋਟੈਟੋ ਸੀਡ ਉਗਾ ਕੇ ਸਾਰੇ ਹਿੰਦੁਸਤਾਨ ਨੂੰ ਕਿਸਾਨ ਭੇਜਦੇ ਆ। ਆਪਣੇ ਜਲੰਧਰ ਦੇ, ਕਪੂਰਥਲਾ ਦੇ, ਹੁਸ਼ਿਆਰਪੁਰ ਦੇ ਤੇ ਕੁਛ ਹਿੱਸਾ ਨਵਾਂਸ਼ਹਿਰ ਦੇ ਜੀ, ਚਲੋ ਹੋਰ ਥੋੜੇ ਪੰਜਾਬ 'ਚ ਹੈਗਾ ਆ, ਪਰ ਜ਼ਿਆਦਾ ਇੱਥੇ ਆ। ਉਹਦੇ ਨਾਲ ਉਸ ਤੋਂ ਬਾਅਦ ਆਲੂ ਆਪਦੀ ਜਿਹੜੀ ਹੈਗੀ ਆ ਫਸਲ ਲੈਣ ਤੋਂ ਬਾਅਦ ਫਿਰ ਮੱਕੀ ਲਾਉਂਦੇ ਆ। ਮੱਕੀ ਦੀਆਂ 2 ਫਸਲਾਂ ਹੁੰਦੀਆਂ ਆ ਪੰਜਾਬ 'ਚ, ਤੇ ਪਰ ਮੱਕੀ ਦਾ ਐਤਕੀ ਝਾੜ ਬਹੁਤ ਆ। ਤਕਰੀਬਨ ਗਿੱਲੀ 50 ਕੁਇੰਟਲ ਨਿਕਲੀ ਆ, 50 ਤੋਂ ਵੱਧ ਵੀ ਨਿਕਲੀ ਆ, ਸੁੱਕੀ 35, 38 ਜਾਂ ਚਲੋ 30 ਵੀ ਨਿਕਲੀ ਹੋਊਗੀ। ਬਟ ਇਹਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ 1850 ਰੁਪਏ। ਸਰਕਾਰ ਨੂੰ ਚਾਹੀਦਾ ਸੀਗਾ ਕਿ ਇਹਨੂੰ ਉਸ ਭਾਅ ਤੇ ਚੱਕਦੀ, ਤਾਂ ਕਿ ਕਿਸਾਨ ਆਪਣੇ ਝੋਨਾ ਨੂੰ ਛੱਡ ਕੇ ਤੇ ਮੱਕੀ ਵੱਲ ਹੁੰਦੇ। ਪਰ ਜੇ ਨਹੀਂ ਪੈਸਾ ਮਿਲਦਾ ਉਹਨਾਂ ਨੂੰ ਵਿਚਾਰਿਆਂ ਨੂੰ, ਤੇ ਉਹ ਆਪਣੇ ਮੰਡੀਆਂ 'ਚ ਵੇਚ ਕੇ ਆਉਂਦੇ ਆ, ਜਾਂ ਜਿਵੇਂ ਕਿਸਾਨਾਂ ਨੇ ਉਹ ਗੱਲ ਬਣਾਈਆਂ ਸਿੱਟ ਕੇ ਆਉਂਦੇ ਆ, ਤੇ ਕਿਸਾਨ ਵਿਚਾਰਾ ਨਿਰਾਸ਼ ਹੋ ਜਾਂਦਾ, ਉਹਦਾ ਹੌਸਲਾ ਟੁੱਟ ਜਾਂਦਾ ਆ। ਹੋਇਆ ਤਾਂ ਉਹਦੇ ਕੋਲ ਰਾਹ ਤਾਂ ਕੋਈ ਨਹੀਂ ਉਹਦੇ ਕੋਲ ਵੀ ਚਲੋ ਝੋਨੇ ਨੂੰ ਉਹ ਸਮਝਦਾ ਵੀ ਇਹ ਫਸਲ ਆ, ਕੈਸ਼ ਕ੍ਰੌਪ ਆ, ਇਹ ਝੋਨਾ ਲਗਾ ਕੇ ਤਾਂ ਸਰਕਾਰ ਚੱਕ ਲੈਂਦੀ ਆ। ਪਰ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਮੱਕੀ, ਦਾਲਾਂ, ਤੇਲ ਅਤੇ ਹੋਰ ਇਦਾਂ ਦੀ ਜਿਹੜੀਆਂ, ਚਾਹੇ ਨਰਮਾ ਹੋਵੇ ਚਾਹੇ ਆਪਣਾ ਗੰਨਾ ਹੋਵੇ, ਇਹਨਾਂ ਫਸਲਾਂ ਦੇ ਸਹੀ ਭਾਅ ਦੇਣੇ ਪੈਣਗੇ ਜੇ ਪੰਜਾਬ ਦੀ ਧਰਤੀ ਨੂੰ, ਪੰਜਾਬ ਦੇ ਇਸ ਜ਼ਰਖੇਜ਼ ਜ਼ਮੀਨ ਨੂੰ ਬਚਾਉਣਾ ਆ, ਜਾਂ ਆਪਣਾ ਪਾਣੀ ਆਪਾਂ ਸਾਂਭਣਾ ਪੰਜਾਬ ਦਾ। ਪਾਣੀ ਬਹੁਤ ਛੇਤੀ ਦੇ ਨਾਲ, ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ, ਤੇ ਉਹ ਜਿਹੜੇ ਸਾਇੰਟਿਸਟ ਆ ਜੇ ਜਾਂ ਐਗਰੀਕਲਚਰ ਐਕਸਪਰਟਸ ਆ, ਮਾਹਰ ਆ, ਉਹ ਕਹਿ ਰਹੇ ਆ ਕਿ ਆਉਣ ਵਾਲੇ ਟਾਈਮ 'ਚ 10-20 ਸਾਲਾਂ 'ਚ ਪੰਜਾਬ ਦਾ ਪਾਣੀ ਮੁੱਕ ਸਕਦਾ। ਸੋ ਕਿਸਾਨ ਆਪਣੀ ਜਗ੍ਹਾ ਤੇ ਸੱਚੇ ਨੇ, ਉਹਨਾਂ ਨੂੰ ਸਹੀ ਮੁੱਲ ਨਹੀਂ ਮਿਲਦਾ, ਉਹਨਾਂ ਨੂੰ ਮਾਰਕੀਟ ਦੇ ਆਪਣੇ ਉੱਤੇ ਛੱਡਿਆ ਜਾਂਦਾ ਆ, ਉਹਨਾਂ ਮਾਰਕੀਟ ਦੇ ਭਰੋਸੇ, ਤੇ ਮਾਰਕੀਟ ਉਹਨਾਂ ਨੂੰ ਬਹੁਤਾ ਸਮਾਂ ਮਾਰਕੀਟ ਉਹਨਾਂ ਨੂੰ ਸਹੀ ਪੈਸਾ ਨਹੀਂ ਦਿੰਦੀ। ਸੋ ਸਰਕਾਰ ਨੂੰ ਚਾਹੀਦਾ ਕਿ ਮੱਕੀ ਵਰਗੀਆਂ ਫਸਲਾਂ ਜਾਂ ਦਾਲਾਂ, ਹੁਣ ਦਾਲਾਂ ਬਹੁਤ ਇੰਪੋਰਟ ਹੁੰਦੀਆਂ ਬਾਹਰੋਂ, ਅਸੀਂ ਕਹਿੰਦੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਝੋਨੇ ਦਾ ਰਕਬਾ ਘਟਾਓ ਤੇ ਦਾਲਾਂ ਤੇ ਸਾਨੂੰ MSP ਦਿਓ, ਤਾਂ ਕਿ ਦਾਲਾਂ ਅਸੀਂ ਉਗਾਈਏ, ਪਾਣੀ ਬਚਾਈਏ। ਤੇ ਜਿਹੜਾ ਆਪਣੇ ਸਰਕਾਰ ਬਾਹਰੋਂ ਦਾਲਾਂ ਇੰਪੋਰਟ ਕਰਦੀ ਹੈ ਮਹਿੰਗੀਆਂ, ਲੋਕ ਦਾਲਾਂ ਖਾਂਦੇ ਨੇ ਸਸਤੀਆਂ ਹੋਣ, ਜਾਂ ਮੱਕੀ ਚੱਕੇ
ਝੋਨਾ ਅਸੀਂ ਘਟਾਈਏ, ਮੱਕੀ ਚੱਕੀਏ, ਮੱਕੀ ਸਰਕਾਰ ਆਪਣੇ ਖਰੀਦੇ। ਸੋ ਸਰਕਾਰ ਨੂੰ ਇਹਦੇ ਵਿੱਚ ਦਖਲ ਦੇਣਾ ਪੈਣਾ, ਅੱਜ ਨਹੀਂ ਤੇ ਆਉਣ ਵਾਲੇ ਸਮੇਂ ਜਲਦੀ ਦੇਣਾ ਪਊਗਾ। ਨਹੀਂ ਤਾਂ ਜਿਹੜੀ ਹੈਗੀ ਆ ਖੇਤੀਬਾੜੀ ਇੰਨਾ ਲੰਬਾ ਸਮਾਂ ਨਹੀਂ ਝੋਨੇ ਦੀ ਪੰਜਾਬ ਉੱਪਰ ਚੱਲ ਸਕਦੀ। ਵਡਾਲਾ ਸਾਹਿਬ, ਹੁਣ ਇਹ ਤਾਂ ਚਲੋ ਗੱਲਾਂ ਬਾਤਾਂ ਹੋ ਗਈਆਂ ਬਾਗਬਾਨੀ ਦੇ ਬਾਰੇ, ਹੁਣ ਆਪਾਂ ਥੋੜਾ ਜਿਹਾ ਉਹ ਵੀ ਦਿਖਾਈਏ ਕਿਉਂਕਿ ਫਲ ਟੁੱਟ ਰਿਹਾ ਔਰ ਉਸ ਤੋਂ ਬਾਅਦ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਪ੍ਰੋਸੈਸਿੰਗ ਕਿਸ ਤਰ੍ਹਾਂ ਕਰਦੇ ਹੋ, ਜਰਾ ਉਹ ਵੀ ਚੱਲ ਕੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਓ ਜੀ, ਉੱਥੇ ਗ੍ਰੇਡਿੰਗ ਹੁੰਦੀ ਆ, ਜਿਹੜਾ ਫਲ ਤੋੜ ਕੇ ਰੱਖਿਆ ਇਹਨਾਂ ਨੇ ਜੀ, ਜਿਵੇਂ ਆਪਾਂ ਕਿਸੇ ਵੀ ਸਬਜ਼ੀ ਦਾ ਕਿਸੇ ਵੀ ਫਲ ਦਾ ਉਹਨੂੰ ਆਪਾਂ ਸੌਰਟ ਕਰਦੇ ਆ ਜੀ, ਵੀ ਉਹਦੇ ਵੱਖਰੇ ਵੱਖਰੇ ਸਾਈਜ਼ ਬਣਾਉਣੇ ਆ, ਤੇ ਕੁਛ ਜਿਹੜੇ ਛੋਟਾ ਫਿਰ ਮੀਡੀਅਮ ਫਿਰ ਵੱਡਾ, ਉਹਦੇ ਅਕੋਰਡਿੰਗ ਟੂ ਗ੍ਰੇਡ ਕਰਦੇ ਆ, ਗ੍ਰੇਡ ਕਰਕੇ ਫਿਰ ਪੈਕ ਕਰਦੇ ਆ, ਜਾਂ ਜਿਹੜਾ ਕੋਈ ਖਰਾਬ ਹੁੰਦਾ ਉਹਨੂੰ ਬਾਹਰ ਕੱਢ ਦਿੰਦੇ ਆ। ਤੇ ਉਹ ਉਸ ਤਰੀਕੇ ਦੇ ਨਾਲ ਇਹ ਪੈਕ ਕਰਕੇ ਵੱਖਰੇ ਵੱਖਰੇ ਸਾਈਜ਼ਸ ਭੇਜਦੇ ਆ। ਜਿਹੜਾ ਵਧੀਆ ਸਾਈਜ਼ ਹੁੰਦਾ ਉਹਦਾ ਮੁੱਲ ਜ਼ਿਆਦਾ ਮਿਲਦਾ, ਮੀਡੀਅਮ ਦਾ ਘੱਟ ਆ ਤੇ ਛੋਟੇ ਦਾ ਉਦੋਂ ਘੱਟ ਆ। ਛੋਟਾ ਜਿਹੜਾ ਹੈਗਾ ਸਾਈਜ਼ ਉਹ ਫਿਰ ਪ੍ਰੋਸੈਸਿੰਗ ਵਾਸਤੇ ਜਾਂਦਾ, ਜੂਸ ਦੀ ਫੈਕਟਰੀ ਜਾਂਦਾ ਆ। ਸਾਰਾ ਕੰਮ ਤਾਂ ਸਾਰਾ ਹੀ ਆ ਜਾਂਦਾ, ਵਿਕਦਾ ਸਾਰਾ ਹੀ ਆ, ਪਰ ਅੱਡ-ਅੱਡ ਤਰੀਕਿਆਂ ਦੇ ਨਾਲ, ਕੁਝ ਖਾਣ ਵਾਸਤੇ, ਕੁਝ ਮੁਰੱਬੇ ਵਾਸਤੇ, ਕੁਝ ਜੂਸ ਵਾਸਤੇ। ਜੂਸ ਵਾਸਤੇ ਹਾਂਜੀ, ਇਦਾਂ ਆ। ਉਹਦੀ ਸੌਰਟਿੰਗ ਐਂਡ ਗ੍ਰੇਡਿੰਗ ਇੱਥੇ ਕਰਦੇ ਸਾਰੇ ਇਕੱਠੇ ਹੋ ਕੇ। ਇਹਨਾਂ ਦੇ ਐਕਸਪਰਟ ਆਉਂਦੇ ਨੇ, ਮੁੰਡੇ ਲੈ ਕੇ ਆਉਂਦੇ ਆਜ਼ਾਦਪੁਰ ਮੰਡੀ ਤੋਂ ਜਾਂ ਗੁਜਰਾਤ ਤੋਂ ਆਉਂਦੇ ਆ, ਤੇ ਉਹ ਆ ਕੇ ਇਹ ਸਾਰੀ ਪੈਕਿੰਗ ਕਰਦੇ ਪੇਟੀਆਂ 'ਚ, ਤੇ ਮੁੜ ਕੇ ਸਾਰੇ ਟਰੱਕਾਂ ਦੇ ਰਾਹੀਂ ਇਹ ਸਾਰੇ ਹਿੰਦੁਸਤਾਨ ਦੀਆਂ ਮੰਡੀਆਂ 'ਚ ਇਹ ਜਾਂਦਾ ਆ। ਸੋ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਸਾਡੇ ਨਾਲ ਮੌਜੂਦ ਨੇ, ਕਿਸਾਨ ਵੀ ਨੇ, ਸਿਆਸਤਦਾਨ ਵੀ ਨੇ, ਔਰ ਜਿਹੜਾ ਨਾਸ਼ਪਤੀਆਂ ਦਾ ਫਲ ਹੁਣ ਟੁੱਟ ਕੇ ਆਇਆ, ਮਜ਼ਦੂਰ ਜਿਹੜੇ ਲੈ ਕੇ ਆਏ ਆ, ਉਹ ਅਸੀਂ ਦਿਖਾਉਂਦੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਇੱਥੋਂ ਪ੍ਰੋਸੈਸ ਕਰਕੇ ਉਸ ਨੂੰ ਫਿਰ ਪੈਕਿੰਗ ਕਿਸ ਤਰ੍ਹਾਂ ਹੁੰਦੀ ਹੈ, ਸਭ ਕੁਝ ਇੱਥੇ ਪ੍ਰੋਸੈਸ ਹੁੰਦਾ। ਆਓ ਤੁਹਾਨੂੰ ਦਿਖਾਉਂਦੇ ਹਾਂ। ਸਿਆਸਤਦਾਨ ਤੇ ਕਿਸਾਨ ਗੁਰਪ੍ਰਤਾਪ ਸਿੰਘ ਵਡਾਲਾ ਦੇ ਬਾਗ ਤੋਂ ਅਸੀਂ ਤੁਹਾਨੂੰ ਇਹ ਰਿਪੋਰਟ ਦਿਖਾਈ ਹੈ ਕਿ ਕਿਸ ਤਰ੍ਹਾਂ ਉਹ ਨਾਸ਼ਪਤੀ ਯਾਨੀ ਨਾਖਾਂ ਦਾ ਜੋ ਬਾਗ ਉਹਨਾਂ ਨੇ ਲਾਇਆ ਹੋਇਆ, ਕਿਸ ਤਰ੍ਹਾਂ ਮੁਨਾਫਾ ਕਮਾਉਂਦੇ ਆ, ਕਿਸ ਤਰ੍ਹਾਂ ਸਾਰਾ ਕੰਮ ਕਿਸ ਤਰ੍ਹਾਂ ਹੁੰਦਾ, ਪਲਾਂਟੇਸ਼ਨ ਤੋਂ ਲੈ ਕੇ ਜਦੋਂ ਫਲ ਟੁੱਟਦਾ ਉਸ ਦੀ ਪੂਰੀ ਜੋ ਪ੍ਰੋਸੈਸਿੰਗ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ। ਇਸ ਦੇ ਵਿੱਚ ਇੱਕ ਚੀਜ਼ ਵੱਡੀ ਜਿਹੜੀ ਗੱਲ ਹੈ ਉਹ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਕਿਸਾਨਾਂ ਨੂੰ ਜੇ ਸਰਕਾਰੀ ਪੱਧਰ ਤੇ ਮਦਦ ਮਿਲ ਪਾਵੇ ਤਾਂ ਕਿਸਾਨ ਮੁਨਾਫਾ ਕਮਾ ਸਕਦਾ, ਕਿਸਾਨਾਂ ਦਾ ਰੁਝਾਨ ਬਾਗਬਾਨੀ ਵੱਲ ਹੋ ਸਕਦਾ। ਪਰ ਇਹੋ ਜਿਹਾ ਹਜੇ ਤੱਕ ਦੇਖਣ ਨੂੰ ਨਹੀਂ ਮਿਲਦਾ, ਵੱਡੇ ਪੱਧਰ ਤੇ ਕਿਸਾਨਾਂ ਨੂੰ ਕੋਈ ਸਰਕਾਰੀ ਸੁਵਿਧਾ ਨਹੀਂ ਮਿਲਦੀ, ਜਿਸ ਕਰਕੇ ਕਿਸਾਨਾਂ ਦਾ ਰੁਝਾਨ ਜਿਹੜਾ ਹੈ ਬਾਗਬਾਨੀ ਵੱਲ ਘੱਟ ਹੈ। ਪਰ ਇਸ ਦੇ ਨਾਲ ਹੀ ਦੂਸਰੀ ਇੱਕ ਦਿੱਕਤ ਹੋਰ ਹੈ ਕਿ ਟਰਾਂਸਪੋਰਟੇਸ਼ਨ ਦਾ ਜਿਹੜਾ ਖਰਚਾ ਆਉਂਦਾ, ਇਸ ਦੇ ਨਾਲ ਹੀ ਜਦੋਂ ਤੁੜਾਈ ਹੁੰਦੀ ਹੈ ਫਲ ਦੀ, ਨਜ਼ਦੀਕ ਦੇ ਵਿੱਚ ਕੋਈ ਵੱਡੀ ਮੰਡੀ ਨਾ ਹੋਣ ਕਰਕੇ ਵੀ ਕਿਸਾਨਾਂ ਨੂੰ ਇਸ ਦਾ ਨੁਕਸਾਨ ਹੁੰਦਾ। ਜੇ ਵੱਡੀਆਂ ਮੰਡੀਆਂ ਇੱਥੇ ਬਣਾਈਆਂ ਜਾਂਦੀਆਂ ਜਾਂ ਫਿਰ ਐਕਸਪੋਰਟ ਦਾ ਜਿਹੜਾ ਸਿਸਟਮ ਸਰਕਾਰ ਸ਼ੁਰੂ ਕਰਦੀ ਹੈ ਤਾਂ ਵਾਕਈ ਫਿਰ ਕਿਸਾਨਾਂ ਨੂੰ ਹੋਰ ਫਾਇਦਾ ਮਿਲ ਸਕਦਾ ਹੈ। ਕੈਮਰਾ ਪਰਸਨ ਜਤਿੰਦਰ ਦੇ ਨਾਲ ਵਿਕਰਮ ਸਿੰਘ, ਜਗਬਾਣੀ ਟੀਵੀ, ਜਲੰਧਰ।